गुरु नानक पद पंकज बंदना पंकज बंदना सिमरो अंगद दुख निकंदना गुरु अमरदास हृदय नित त्याऊं हृदय नित त्याऊं श्री गुरु रामदास गुण गाऊं गुरु अर्जन विघ्नन के नाशक विघ्नन के नाशक श्री हर गोबिंद समत पर प्रकाशक श्री हर राय नमो कर जोरी नमो कर जोरी श्री हर कृष्ण मनाऊं बहारी गुरु तेग बहादुर परम पाला परम कृपाला श्री गुरु गोबिंद सिंह विशाला तरो तरा पर पुन पुन सीसा पुन पुन सीसा मंदो बार बार जगदीशा एक ओंकार सतगुरु तेरे प्रसाद सच होए वाहिगुरु जी की फतेह है विघ्न विनाशन सोए वाहिगुरु जी की फतेह है विघ्न विनाशन सोए दोहरा वास्तव आत्म तत् निरंकार निर्विकल्प अर बिना विकार अहं अहं के विरते जो सब होए सबंध तदा तम जब वाहिगुरु जी का खालसा वाहिगुरु जी की वाहिगुरु जी की फतेह। आओ गुरु प्यारे गुरु सवारे सत्संगी जनो, रोजाना की तरह पातशाह जी की अपार किरपा बख्शिश का सदका पिछले पहरां के दीवान सजाते हुए आप जी गुरु चरणों विखे हाजरियां लवा रहे हो। आओ लड़ीवार इतिहास की कथा विचार नाल जुड़ना करिए जी। ਆਪਾਂ ਪਿਛਲੇ ਕਈ ਦਿਨਾਂ ਤੋਂ ਲੈ ਕਰਕੇ ਹੀ ਆਤਮ ਗਿਆਨ ਅਧਿਆਤਮ ਗਿਆਨ ਦੀਆਂ ਵਿਚਾਰਾਂ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਪਾਸੋਂ ਸਰਵਣ ਕਰ ਰਹੇ ਹਾਂ। ਕੱਲ ਬਖਸ਼ਿਸ਼ ਕਰ ਰਹੇ ਸੀ ਕਿ ਅਸਲ ਵਿੱਚ ਆਤਮਾ ਜਾਂ ਪ੍ਰਮਾਤਮਾ ਕੀ ਹੈ। ਵਾਸਤਵ ਆਤਮ ਤਤ ਨਿਰੰਕਾਰ, ਅਸਲ ਵਿੱਚ ਜਿਹੜੀ ਆਤਮਾ ਹੈ ਉਹ ਨਿਰਾ ਆਕਾਰ ਆਕਾਰ ਰਹਿਤ ਤਤ ਹੈ। ਆਤਮਿਕ ਸ਼ਕਤੀ ਹੈ ਜਿਹੜੀ ਕੱਲੇ ਕੱਲੇ ਜੀਵ ਨੂੰ ਚਲਾਉਂਦੀ ਹੈ। ਫਿਰ ਇਹਨਾਂ ਸਾਰੇ ਜੀਵਾਂ ਦੇ ਉੱਤੇ ਇੱਕ ਹੋਰ ਪਰਮ ਸ਼ਕਤੀ ਹੈ ਜਿਹਨੂੰ ਪਰਮ ਆਤਮਾ ਕਹਿੰਦੇ ਆ, ਵੱਡੀ ਆਤਮਾ। ਮਾਨੋ ਉਹ ਸਾਰੀ ਧਰਤੀ ਨੂੰ ਚਲਾਉਂਦੀ ਹੈ। ਧਰਤੀ ਵਿੱਚੋਂ ਫਲ ਫੁੱਲ ਪੌਦੇ ਆਦਿ ਅਨੇਕਾਂ ਤਰ੍ਹਾਂ ਦੀ ਬਨਸਪਤੀ ਨੂੰ ਉਹ ਪੈਦਾ ਕਰਦੀ ਹੈ, ਉਹ ਕੱਢਦੀ ਹੈ ਬਾਹਰ ਧਰਤੀ 'ਚੋਂ। ਧਰਤੀ ਦੇ ਉੱਤੇ ਇੱਕ ਹੋਰ ਪਰਮ ਆਤਮਾ ਵੱਡੀ ਸ਼ਕਤੀ ਹੈ ਜਿਹੜੀ ਸੂਰਜ ਆਦਿ ਗ੍ਰਹਿਆਂ ਨੂੰ ਚਲਾਉਂਦੀ ਹੈ, ਸੌਰ ਮੰਡਲ ਨੂੰ ਚਲਾਉਂਦੀ ਹੈ। ਔਰ ਉਹਨਾਂ ਦੇ ਉੱਤੇ ਇੱਕ ਹੋਰ ਪਰਮ ਆਤਮਾ ਉਦੋਂ ਵੱਡੀ ਸ਼ਕਤੀ ਹੈ ਜਿਹੜੀ ਸਾਲੇ ਵਰਲਡ ਨੂੰ ਚਲਾ ਰਹੀ ਆ। ਤਾਂ ਤੇ ਸਤਿਗੁਰਾਂ ਨੇ ਇਸ ਗੱਲ ਨੂੰ ਆਪਣੀ ਬਾਣੀ ਵਿੱਚ ਇਉਂ ਲਿਖਿਆ, ਭੈ ਵਿੱਚ ਪਵਨ ਵਹਿ ਸਦਵਾਓ। ਭੈ ਭਾਵ ਡਰ ਦੇ ਵਿੱਚ। ਡਰਦਾ ਕੌਣ ਹੈ? ਜਿਹੜਾ ਡਰਦਾ ਉਹ ਹੁਕਮ ਮੰਨਦਾ। ਇੱਕ ਤਾਂ ਡਰਨਾ ਹੁੰਦਾ ਡਰ ਕੇ ਭੱਜ ਜਾਣਾ, ਜਿਵੇਂ ਸ਼ੇਰ ਨੂੰ ਵੇਖ ਕੇ ਮਿਰਗ ਭੱਜ ਜਾਂਦੇ ਆ। ਗਿਆਨ ਦੇ ਪ੍ਰਗਟ ਹੋਣ 'ਤੇ ਅਗਿਆਨਤਾ ਭੱਜ ਜਾਂਦੀ ਆ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਪਰ ਸੂਰਜ ਨਿਕਲਿਆ ਤਾਰੇ ਛਪ ਅੰਧੇਰ ਪਲੋਆ। ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ। ਇੱਕ ਉਹ ਡਰਨਾ ਹੈ, ਇੱਕ ਡਰਨਾ ਹੈ ਹੁਕਮ ਨੂੰ ਮੰਨਣਾ, ਰਹਿਣਾ ਵਿੱਚ ਹੀ ਪੈਣਾ। ਜਿਵੇਂ ਕਿਸੇ ਫੈਕਟਰੀ ਦੇ ਮੁਲਾਜ਼ਮ ਜਿਹੜੇ ਹਨ ਉਹ ਮਾਲਕ ਤੋਂ ਡਰਦੇ ਹੈ, ਪਰ ਡਰਦੇ ਹੋਏ ਉਹਦੇ ਹੁਕਮ ਵਿੱਚ ਵੱਜੇ ਸਹੀ ਨੇਮ ਦੇ ਨਾਲ ਉਹ ਸ੍ਰਿਸ਼ਟੀ ਨੂੰ ਫੈਕਟਰੀ ਨੂੰ ਚਲਾ ਰਹੇ ਆ, ਕੰਮ ਕਰ ਰਹੇ ਆ।
ਇਸੇ ਤਰ੍ਹਾਂ ਹੀ ਇਹ ਸਾਰੀ ਸ੍ਰਿਸ਼ਟੀ ਜਿਹੜੀ ਹੈ ਪ੍ਰਮਾਤਮਾ ਦੇ ਇੱਕ ਹੁਕਮ ਦੇ ਵਿੱਚ ਬੱਝੀ ਹੋਈ ਚੱਲ ਰਹੀ ਹੈ। ਉਹ ਨਿਰਭਉ ਹੈ, ਪਰ ਸਾਰੀ ਦੁਨੀਆ ਉਹਦੇ ਭਾਵ ਵਿੱਚ ਹੈ। ਜਿਨ੍ਹਾਂ ਨੇ ਉਸ ਦੇ ਭਾਵ ਵਿੱਚ ਆਉਣਾ ਕੀਤਾ, ਉਹਦੇ ਸੰਸਾਰ ਦੇ ਭਾਵ ਖਤਮ ਹੋ ਗਏ। ਜੇ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ। ਤਾਂ ਇਹ ਆ ਉਹ ਡਰ, ਨਿਰਮਲ ਡਰ, ਜਿਸ ਦੇ ਭਾਵ ਅੰਦਰ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ। ਵਾਯੂ ਮੰਡਲ ਕੁਦਰਤ ਸਾਰੀ ਚੱਲ ਰਹੀ ਹੈ। ਭੈ ਵਿੱਚ ਪਵਨ ਵਹੈ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਵਿਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਕਿੰਨਾ ਭਾਰ ਚੱਕ ਕੇ ਧਰਤੀ ਬੈਠੀ ਆ ਉਹਦੇ ਹੁਕਮ ਦੇ ਵਿੱਚ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ਼ ਆਡਾਣੇ ਭਾਵ ਥਮੀਆਂ। ਬਿਨਾਂ ਥਮੀਆਂ ਤੋਂ ਉਹਦੇ ਡਰ ਦੇ ਅੰਦਰ ਹੀ ਆਕਾਸ਼ ਖੜਾ ਹੈ। ਭੈ ਵਿੱਚ ਆਡਾਣੇ ਆਕਾਸ਼ ਆਗਾਸ। ਇਸ ਤਰ੍ਹਾਂ ਉਹ ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲੀ ਇੱਕ ਪਰਮ ਸ਼ਕਤੀ ਹੈ, ਜਿਹਨੂੰ ਅਸੀਂ ਆਤਮਾ ਤੇ ਪਰਮਾਤਮਾ ਕਹਿੰਦੇ ਹਾਂ। ਔਰ ਸਾਡੀ ਆਤਮਾ ਹੀ ਇੱਕ ਦਿਨ ਉਹਦੇ ਵਿੱਚ ਮਿਲ ਕੇ ਉਹਦਾ ਰੂਪ ਹੋ ਜਾਂਦੀ ਹੈ। ਇਹ ਵੀ ਪਰਮ ਆਤਮਾ ਹੋ ਜਾਂਦੀ ਹੈ। ਜਿਵੇਂ ਅਸੀਂ ਭਗਤਾਂ ਨੂੰ ਪਰਮਾਤਮਾ ਕਹਿ ਦਈਏ ਤਾਂ ਕੋਈ ਅਤ ਕਥਨੀ ਨਹੀਂ, ਗੁਰੂਆਂ ਨੂੰ ਪਰਮਾਤਮਾ ਕਹਿ ਦਈਏ ਤਾਂ ਕੋਈ ਅਤ ਕਥਨੀ ਨਹੀਂ, ਕਿਉਂਕਿ ਉਹ ਰੂਹਾਂ ਉਹਦੇ ਵਿੱਚ ਮਿਲ ਕੇ ਇੱਕਮਿਕ ਹੋ ਗਈਆਂ। ਪਾਤਸ਼ਾਹ ਨੇ ਕਹਿਤਾ, ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨ ਜਾਣੋ ਮਾਨਸ ਦੇਹਾ। ਜਿਵੇਂ 10ਵੇਂ ਪਾਤਸ਼ਾਹ ਜੀ ਨੇ ਪੰਜਾਂ ਪਿਆਰਿਆਂ ਨੂੰ ਜਦੋਂ ਪਰਖਿਆ, ਉਹ ਪ੍ਰੀਖਿਆ ਵਿੱਚ ਪੂਰੇ ਉਤਰੇ, ਹਾਜ਼ਰ ਹੋਏ। ਸਤਿਗੁਰਾਂ ਨੇ ਉਹਨਾਂ ਨੂੰ ਕਿਹਾ, ਤੁਸੀਂ ਮੇਰਾ ਰੂਪ ਹੋ ਚੁੱਕੇ ਹੋ। ਔਰ ਆਪਣੇ ਆਪ ਨੂੰ ਪਰਮੇਸ਼ਰ ਦਾ ਪੁੱਤਰ ਕਹਿੰਦੇ ਹਨ। ਪੰਜ ਪਿਆਰਿਆਂ ਨੂੰ ਆਪਣਾ ਰੂਪ ਕਹਿੰਦੇ ਹਨ। ਇਸ ਤਰ੍ਹਾਂ ਗੁਰੂ ਪਿਆਰੋ, ਦਾਦੇ ਪੋਤੇ ਅਤੇ ਪੁੱਤਰ ਵਿੱਚ ਕੋਈ ਫਰਕ ਨਹੀਂ ਰਹਿ ਗਿਆ। ਪਰਮੇਸ਼ਰ ਵਿੱਚ, ਗੁਰੂ ਵਿੱਚ ਅਤੇ ਗੁਰੂ ਦੇ ਉਹਨਾਂ ਅਨੰਨ ਪਿਆਰੇ ਸਿੱਖਾਂ ਵਿੱਚ ਜਿਹੜੇ ਗੁਰੂ ਦੇ ਹੁਕਮ ਅੰਦਰ ਚੱਲਦੇ ਆ, ਉਹਨਾਂ ਦਾ ਕੋਈ ਫਰਕ ਨਹੀਂ। ਤਿੰਨਾਂ ਦਾ ਇੱਕੋ ਹੀ ਰੂਪ ਹੈ। ਇਸੇ ਚੀਜ਼ ਨੂੰ ਜਪਜੀ ਸਾਹਿਬ 'ਚ ਲਿਖਿਆ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ। ਉਹ ਤਿੰਨਾਂ ਥਾਵਾਂ 'ਤੇ ਸਮਾਇਆ ਹੋਇਆ। ਗੁਰਮੁਖ ਪਰਮੇਸ਼ਰ, ਗੁਰਮੁਖ ਨਾਦ ਸ਼ਬਦ, ਗੁਰਮੁਖ ਵੇਦੰ ਗ੍ਰੰਥਾਂ ਵਿੱਚ ਵੀ। ਅਤੇ ਇਹਦਾ ਅਰਥ ਇੱਕ ਇਹ ਵੀ ਕਰਦੇ ਆ, ਬਿੰਦ ਜਿਸ ਤੋਂ ਅਸੀਂ ਸਾਰੇ ਬਣੇ ਹੋਏ ਆ, ਉਹਦੇ ਵਿੱਚ ਵੀ ਉਹ ਸਮਾਇਆ ਹੋਇਆ। ਕੋ ਸਤਿਨਾਮ, ਹਰ ਪਾਣੀ ਦੀ ਬੂੰਦ ਵਿੱਚ ਉਹ ਸਮਾਇਆ ਹੋਇਆ। ਇਸ ਤਰ੍ਹਾਂ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਦੱਸ ਰਹੇ ਹਨ। ਹੁਣ ਅਸਲ ਵਿੱਚ ਆਤਮਾ ਦਾ ਕੀ ਸਰੂਪ ਹੈ, ਆਓ ਆਰੰਭ ਕਰੀਏ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਵਾਸਤਵ ਆਤਮਾ ਤਤ ਨਿਰੰਕਾਰ, ਨਿਰਵਿਕਲਪ ਅਰ ਬਿਨਾ ਵਿਕਾਰ। ਵਾਸਤਵ ਦਾ ਮਤਲਬ ਹੁੰਦਾ, ਜਿਵੇਂ ਅਸੀਂ ਕਹਿ ਦਈਏ ਅਸਲ ਵਿੱਚ ਗੱਲ ਆ ਹੈ। ਵਾਸਤਵ ਮਤਲਬ ਅਸਲੀ। ਅਸਲ ਵਿੱਚ ਜਿਹਨੂੰ ਅਸੀਂ ਆਤਮਾ ਕਹਿੰਦੇ ਆ, ਉਹ ਨਿਰਾ ਆਕਾਰ ਹੈ, ਉਹਦਾ ਕੋਈ ਆਕਾਰ ਨਹੀਂ। ਜੋ ਸਾਡੇ ਸਰੀਰ 'ਚੋਂ ਨਿਕਲਦੀ ਹੈ, ਜਿਹਨੂੰ ਅਸੀਂ ਮੌਤ ਕਹਿੰਦੇ ਆ, ਉਹ ਜਾਂਦੀ ਹੋਈ ਦਿਖਾਈ ਵੀ ਨਹੀਂ ਦਿੰਦੀ, ਨਿਕਲਦੀ ਹੋਈ। ਪਰ ਇਹ ਪਤਾ ਲੱਗਦਾ ਕਿ ਇਹਦੇ ਵਿੱਚੋਂ ਕੋਈ ਐਸੀ ਸ਼ਕਤੀ ਨਿਕਲ ਗਈ ਹੈ, ਜਿਹਦੇ ਨਾਲ ਇਹ ਚੱਲਦਾ ਸੀ ਅਤੇ ਹੁਣ ਇਹ ਚੱਲਣਾ ਰੁਕ ਗਿਆ। ਕੋ ਸਤਿਨਾਮ। ਸਾਰੇ ਬ੍ਰਹਿਮੰਡ ਦੇ ਪਿੱਛੇ ਕੋਈ ਨਾ ਕੋਈ ਸ਼ਕਤੀ ਜ਼ਰੂਰ ਹੈ, ਜਿਹੜੀ ਇਹਨੂੰ ਆਪਣੇ ਨਿਯਮਬੱਧ ਤਰੀਕੇ ਦੇ ਨਾਲ ਚਲਾ ਰਹੀ ਹੈ। ਸਮੇਂ ਦੇ ਮੁਤਾਬਕ ਕਾਲ ਦੇ ਵਿੱਚ ਬੰਨੀ ਹੋਈ ਸਾਰੀ ਸ੍ਰਿਸ਼ਟੀ ਉਹਦੇ ਹੁਕਮ ਅੰਦਰ ਚੱਲ ਰਹੀ ਹੈ, ਪਰ ਉਹ ਕਾਲ ਤੋਂ ਬਾਹਰ ਹੈ। ਉਹ ਸਮੇਂ 'ਚ ਬੰਨਿਆ ਹੋਇਆ ਨਹੀਂ, ਉਹ ਕਾਲ ਤੋਂ ਬਾਹਰ ਹੈ। ਇਸ ਕਰਕੇ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜੋ ਆਤਮਾ ਦੇ ਸਰੂਪ ਵਿੱਚ ਹੈ, ਉਹਦਾ ਕੋਈ ਆਕਾਰ ਨਹੀਂ, ਨਿਰਵਿਕਲਪ, ਉਹ ਫੁਰਨਿਆਂ ਤੋਂ ਰਹਿਤ ਹੈ। ਔਰ ਬਿਨਾਂ ਵਿਕਾਰ, ਉਹਦੇ ਅੰਦਰ ਕੋਈ ਖੋਟ ਵੀ ਨਹੀਂ ਹੈ, ਔਗਣ ਵੀ ਨਹੀਂ ਹੈ। ਜਿਵੇਂ ਆਕਸੀਜਨ ਸ਼ੁੱਧ ਹੈ, ਤਾਂ ਸ਼ੁੱਧ ਆਕਸੀਜਨ ਜਿਹੜੀ ਹੈ ਉਹ ਪਰਮੇਸ਼ਰ ਦਾ ਹੀ ਇੱਕ ਸਰੂਪ ਹੈ। ਪਰਮੇਸ਼ਰ ਤੋਂ ਪੈਦਾ ਹੋਈ ਹਵਾ ਸ਼ੁੱਧ ਹੈ, ਅਤੇ ਜਦੋਂ ਇਹ ਸਾਡੇ ਸਰੀਰਾਂ ਦੇ ਨਾਲ ਮਿਲਦੀ ਹੈ, ਮਿਕਸ ਹੁੰਦੀ ਹੈ, ਨਿਕਲਦੀ ਹੈ, ਫਿਰ ਇਹ ਔਗਣ ਲੈ ਕੇ ਬਾਹਰ ਆਉਂਦੀ ਹੈ, ਸਾਡੇ ਕਾਰਬਨ ਡਾਈਆਕਸਾਈਡ ਬਣ ਜਾਂਦੀ ਹੈ। ਪਰ ਉਹਦੇ ਵਿੱਚ ਵੀ ਗੁਣ ਹੁੰਦਾ ਹੈ ਕਿ ਉਸ ਸਵਾਸ ਨੂੰ ਦਰਖਤ ਲੈਂਦੇ ਆ, ਔਰ ਦਰਖਤਾਂ ਦੇ ਵਿੱਚ ਅਗਨੀ ਤੱਤ ਪੈਦਾ ਹੁੰਦਾ ਉਸੇ ਕਾਰਬਨ ਡਾਈਆਕਸਾਈਡ ਨਾਲ। ਉਹ ਸਾਡੇ ਔਗਣਾਂ ਨੂੰ ਦਰਖਤ ਕੱਢ ਲੈਂਦੇ ਆ, ਦੁਬਾਰਾ ਆਪਣੇ ਵਿੱਚੋਂ ਫਿਰ ਆਕਸੀਜਨ ਬਣਾ ਕੇ ਛੱਡ ਦਿੰਦੇ ਆ। ਕੋਈ ਸਤਿਨਾਮ।
ਉਹ ਤੱਤ ਸਾਡੇ ਵਾਲਾ ਉਹ ਰੱਖ ਲੈਂਦੇ ਨੇ। ਉਹ ਉਹਨਾਂ ਦੀ ਖੁਰਾਕ ਹੈ ਦਰਖਤਾਂ ਦੀ, ਜਿਹੜੀ ਸਾਡੇ ਅੰਦਰੋਂ ਨਿਕਲ ਕੇ ਗਈ ਹਵਾ। ਇਸ ਤਰ੍ਹਾਂ ਗੁਰੂ ਪਿਆਰਿਓ, ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜਿਹਨੂੰ ਅਸੀਂ ਆਤਮਾ ਕਹਿੰਦੇ ਹਾਂ, ਉਹਦਾ ਐਸਾ ਸਰੂਪ ਦੱਸਿਆ ਜੀ। ਅਹੰ ਅਹੰ ਕੇ ਬਿਰਤੇ ਜੋ ਸਭ ਹੋਏ ਸੰਬੰਧ ਤਦਾ ਤਮ ਜਾਬੈ। ਮੈਂ ਹਾਂ, ਇਹ ਸਾਡੇ ਸਾਰਿਆਂ ਵਿੱਚ ਇੱਕ ਖਿਆਲ ਹੈ ਕਿ ਮੈਂ ਹਾਂ। ਇਹ ਮੈਂ ਆ ਜਿਹੜੀ ਜਦੋਂ ਇਸ ਦਾ ਸੰਬੰਧ ਉਹ ਸੁਰਤ ਨਾਲ ਹੋ ਜਾਂਦਾ ਹੈ, ਸ਼ਬਦ ਨਾਲ ਹੋ ਜਾਂਦਾ ਹੈ, ਭਾਵ ਜਦੋਂ ਅਸੀਂ ਸਿਮਰਨ ਵਿੱਚ ਚਲੇ ਜਾਂਦੇ ਹਾਂ, ਜਦੋਂ ਮੈਂ ਸਿਮਰਨ ਵਿੱਚ ਬੈਠੂੰਗਾ, ਤੁਸੀਂ ਆਪਣੇ ਸਿਮਰਨ 'ਚ ਬੈਠੋਗੇ, ਤੇ ਜਦੋਂ ਇਸ ਮੈਂ ਦਾ ਉਸ ਤੂੰ ਦੇ ਨਾਲ ਮਿਲਾਪ ਹੋ ਗਿਆ, ਫਿਰ ਤੂੰ ਕਰਤੇ ਤੂੰ ਭਇਆ ਮੁਝ ਮੇ ਰਹਾ ਨਾ ਹੂੰ, ਫਿਰ ਮੈਂ ਖਤਮ ਹੋ ਗਈ, ਤੇ ਫਿਰ ਕੌਣ ਪ੍ਰਗਟ ਹੋ ਗਿਆ? ਕੇਵਲ ਤੇ ਕੇਵਲ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ, ਜਿਹੜਾ ਆਤਮਾ ਦੇ ਰੂਪ ਵਿੱਚ ਹੈ। ਤਦ ਆਤਮ ਸੰਬੰਧ, ਤਦ ਆਤਮ ਤਾਂ ਆਤਮਾ ਨਾਲ ਸੰਬੰਧ ਹੋ ਗਿਆ ਜਦੋਂ ਮੈਂ ਆਪਣੇ ਆਪੇ ਨਾਲ ਜੁੜਿਆ। ਜਥਾ ਲੋਹੇ ਕੇ ਗੋਲੇ ਸੰਗ ਅਗਮ ਤਦਾਤਮਾ ਹੋਏ ਇੱਕ ਰੰਗ। ਜਿਵੇਂ ਲੋਹਾ ਠੰਡਾ ਹੈ, ਉਹ ਕਿਸੇ ਨੂੰ ਨਹੀਂ ਸਾੜਦਾਗਾ, ਜਿਹਦੇ ਮਰਜ਼ੀ ਹੱਥੇ ਲਾ ਦਿਓ ਕੁਛ ਨਹੀਂ ਸੜਦਾ ਉਹਦੇ ਨਾਲ। ਪਰ ਜਦੋਂ ਹੀ ਉਹ ਲੋਹਾ ਅੱਗ ਦੇ ਵਿੱਚ ਰੱਖ ਦਈਏ, ਲੋਹਾਰ ਦੀ ਭੱਠੀ ਵਿੱਚ ਰੱਖ ਦਈਏ, ਤਾਂ ਉਹ ਲੋਹਾ ਅੱਗ ਦੇ ਗੁਣ ਨੂੰ ਗ੍ਰਹਿਣ ਕਰ ਲੈਂਦਾ, ਤੇ ਉਸ ਗੁਣ ਨੂੰ ਗ੍ਰਹਿਣ ਕਰਕੇ ਜਿੰਨਾ ਚਿਰ ਉਹ ਅੱਗ ਵਿੱਚ ਪਿਆ ਰਹਿੰਦਾ ਤੇ ਅੱਗ ਦਾ ਰੂਪ ਧਾਰ ਲੈਂਦਾ, ਲਾਲ ਹੋ ਜਾਂਦਾ। ਅੱਗ ਵੀ ਲਾਲ ਹੈ, ਲੋਹਾ ਵੀ ਲਾਲ ਹੋ ਜਾਂਦਾ। ਹੁਣ ਉਸ ਗੁਣ ਨੂੰ ਗ੍ਰਹਿਣ ਕਰਕੇ ਹੁਣ ਉਸ ਲਾਲ ਹੋਏ ਲੋਹੇ ਨੂੰ ਅਸੀਂ ਘਾਹ 'ਤੇ ਰੱਖ ਦਈਏ ਤੇ ਘਾਹ ਸੜ ਜਾਂਦਾ। ਉਹ ਲੋਹਾ ਲਾਲ ਹੋਇਆ ਕਿਸੇ ਨੂੰ ਲੱਗ ਜਾਵੇ ਤੇ ਉਸ ਨੂੰ ਸਾੜ ਦਿੰਦਾ, ਕਿਉਂਕਿ ਉਹ ਉਸ ਅੱਗ ਦੇ ਗੁਣਾਂ ਨੂੰ ਨਾਲ ਚੱਕ ਲਿਆ ਹੈ। ਇਸੇ ਤਰ੍ਹਾਂ ਹੀ ਜਦੋਂ ਮੈਂ ਨੇ ਆਪਣੀ ਆਤਮਾ ਦੇ ਗੁਣਾਂ ਨੂੰ ਗ੍ਰਹਿਣ ਕੀਤਾ, ਤਾਂ ਫਿਰ ਇਹਦੇ ਵਿੱਚ ਵੀ ਉਹਦੇ ਗੁਣ ਆ ਗਏ। ਤੇ ਭਾਈ ਕਨ੍ਹਈਆ ਜੀ ਵਰਗੇ ਜਿਹੜੇ ਸਨ, ਜਦੋਂ ਇਹਨਾਂ ਚੀਜ਼ਾਂ ਨੂੰ ਗ੍ਰਹਿਣ ਕਰਦੇ ਆ ਤੇ ਫਿਰ ਉਹਦਾ ਰੂਪ ਹੋ ਜਾਂਦੇ ਆ। ਤਾਂ ਫਿਰ ਭਗਤ ਰਵਿਦਾਸ ਜੀ ਨੇ ਵੀ ਇਸ ਵਿਸ਼ੇ ਤੇ ਕਿਹਾ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਤੇਰੇ 'ਚ ਤੇ ਮੇਰੇ 'ਚ ਕੋਈ ਫਰਕ ਨਹੀਂ, ਬਸ ਤੂੰ ਸ਼ੁੱਧ ਸੋਨਾ ਹੈ, ਮੈਂ ਤਾਂ ਇੱਥੋਂ ਪੈਦਾ ਹੋਇਆ ਇੱਕ ਗਹਿਣਾ ਹਾਂ, ਤੂੰ ਸਾਗਰ ਹੈ ਤਾਂ ਮੈਂ ਇੱਕ ਲਹਿਰ ਹਾਂ। ਇਸੇ ਤਰ੍ਹਾਂ ਹੀ ਪਾਤਸ਼ਾਹ ਜੀ ਕਹਿੰਦੇ ਹਨ, ਜਿਵੇਂ ਉਹ ਲੋਹਾ ਅੱਗ ਨਾਲ ਮਿਲ ਕੇ ਉਹਦੇ ਗੁਣਾਂ ਨੂੰ ਗ੍ਰਹਿਣ ਕਰਦਾ ਹੈ, ਇਸੇ ਤਰ੍ਹਾਂ ਸਾਡੀ ਮੈਂ ਜਦੋਂ ਖਤਮ ਹੋ ਕੇ ਆਤਮਾ ਨਾਲ ਜੁੜਦੀ ਹੈ। ਪਾਏ ਅਗਨ ਕੇ ਗੁਣਾ ਕੋ ਲੋਹਾ ਤਿਰਨ ਆਦਿਕਾ ਕੋ ਦਾਹਿਤ ਹੁਆ। ਉਹ ਅੱਗ ਨੂੰ ਪ੍ਰਾਪਤ ਕਰਕੇ ਲੋਹਾ ਜਿਹੜਾ ਘਾਹ ਆਦਿ ਨੂੰ ਮਚਾ ਸਕਦਾ, ਉਹਦੇ ਵਿੱਚ ਸ਼ਕਤੀ ਆ ਗਈ ਆ ਅੱਗ ਵਾਲੀ। ਹੁਣ ਉਹ ਲੋਹਾ ਵੀ ਜਿਹੜਾ ਗਰਮ ਹੋਇਆ ਉਹ ਕਿਸੇ ਨੂੰ ਸਾੜ ਸਕਦਾ ਹੈ, ਕਿਉਂਕਿ ਉਸਨੇ ਅੱਗ ਦਾ ਗੁਣ ਗ੍ਰਹਿਣ ਕਰ ਲਿਆ। ਆਤਮ ਅਹੰਗ ਸੰਬੰਧ ਕੋ ਪਾਏ ਵਿਆਪਕ ਅਪਰ ਪ੍ਰਕਾਸ਼ਤ ਤਾਏ। ਤੇ ਜਦੋਂ ਸਾਡੀ ਮੈਂ ਉਸ ਆਤਮਾ ਨਾਲ ਸੰਬੰਧ ਕਰ ਲਵੇਗੀ, ਭਾਵ ਜਦੋਂ ਸਾਡੀ ਸੁਰਤ ਸ਼ਬਦ ਨਾਲ ਜੁੜਨੀ ਸ਼ੁਰੂ ਹੋਵੇਗੀ, ਜਦੋਂ ਸਾਡੇ ਅੰਦਰੋਂ ਆਤਮਿਕ ਗਿਆਨ ਪ੍ਰਾਪਤ ਹੋਵੇਗਾ, ਫਿਰ ਉਹ ਆਤਮ ਗਿਆਨ ਜਿਹੜਾ ਹੈ ਦੁਨੀਆ ਵਿੱਚ ਵਿਆਪਕ ਆਤਮਾ ਨੂੰ ਪ੍ਰਕਾਸ਼ ਕਰਕੇ ਦਿਖਾਵੇਗਾ। ਜਿਵੇਂ ਭਾਈ ਕਨ੍ਹਈਆ ਜੀ ਦਾ ਹੀ ਉਸ ਆਤਮਾ ਨਾਲ ਸੰਬੰਧ ਹੋਇਆ ਤੇ ਉਹਨੂੰ ਸਾਰਿਆਂ ਵਿੱਚੋਂ ਉਹ ਆਤਮਾ ਦਿਖਾਈ ਦੇਣ ਲੱਗੀ, ਸਾਨੂੰ ਨਹੀਂ ਦਿਖਾਈ ਦਿੰਦੀ ਹਾਲੇ। ਭਗਤ ਨਾਮਦੇਵ ਜੀ ਦਾ ਸੰਬੰਧ ਹੋਇਆ ਤੇ ਉਹਨਾਂ ਨੂੰ ਕੁੱਤਿਆਂ ਬਿੱਲੀਆਂ ਦੇ ਵਿੱਚੋਂ ਵੀ ਪਰਮੇਸ਼ਰ ਦਿਖਾਈ ਦੇਣ ਲੱਗਿਆ। ਘਰ ਨੂੰ ਲੱਗੀ ਅੱਗ ਵਿੱਚੋਂ ਵੀ ਪਰਮੇਸ਼ਰ ਦਿਖਾਈ ਦਿੰਦਾ, ਕਹਿੰਦੇ ਘਰ ਵੀ ਤੂੰ ਸੰਭਾਲ ਲਿਆ, ਸਮਾਨ ਵੀ ਤੂੰ ਸੰਭਾਲ, ਹੁਣ ਮੈਂ ਕਿੱਥੇ ਰੱਖਾਂ, ਕੋਈ ਸਤਨਾਮ ਸੀ। ਇਸੇ ਤਰ੍ਹਾਂ ਹੀ ਕਬੀਰ ਸਾਹਿਬ ਜੀ ਦਾ ਉਸ ਆਤਮਾ ਨਾਲ ਸੰਬੰਧ ਹੋਇਆ ਤੇ ਉਹਨਾਂ ਨੂੰ ਵੀ ਹਰ ਥਾਂ 'ਤੇ ਉਹ ਦਿਖਾਈ ਦੇਣ ਲੱਗਿਆ। ਜਿਨ੍ਹਾਂ ਦਾ ਉਹਦੇ ਨਾਲ ਸੰਬੰਧ ਹੋ ਗਿਆ, ਉਹਨਾਂ ਵਿੱਚ ਉਹਦਾ ਪ੍ਰਕਾਸ਼ ਹੋਇਆ ਤੇ ਉਹਨੇ ਆਪਣੇ ਪ੍ਰਕਾਸ਼ ਦੇ ਨਾਲ ਦੂਜਿਆਂ ਵਿੱਚੋਂ ਵੀ ਆਪਣਾ ਰੂਪ ਦਿਖਾਉਣਾ ਕੀਤਾ। ਜਿਵੇਂ ਕ੍ਰਿਸ਼ਨ ਜੀ ਅਰਜਨ ਨੂੰ ਜੰਗ ਦੇ ਮੈਦਾਨ ਵਿੱਚ ਜਦੋਂ ਆਪਣਾ ਅਸਲੀ ਰੂਪ ਦਿਖਾਉਂਦੇ ਹੈ, ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਅਸਲ ਵਿੱਚ ਕ੍ਰਿਸ਼ਨ ਕੋਈ ਸਰੀਰ ਨਹੀਂ ਹੈ, ਅਸਲ ਦੇ ਵਿੱਚ ਉਹ ਇੱਕ ਮਹਾਨ ਆਤਮਾ ਹੈ, ਜਿਸ ਨੂੰ ਮੈਂ ਆਪਣਾ ਰਿਸ਼ਤੇਦਾਰ ਸਮਝ ਰਿਹਾ ਸੀਗਾ, ਮਾਮੇ ਭੂਆ ਦੇ ਪੁੱਤਰ ਸਮਝ ਰਹੇ ਸੀ ਅਸੀਂ ਇੱਕ ਦੂਜੇ ਨੂੰ, ਪਰ ਨਹੀਂ। ਤੇ ਉਹ ਵੀ ਕ੍ਰਿਸ਼ਨ ਜੀ ਨੇ ਉਹਨਾਂ ਨੂੰ ਐਂਡ 'ਤੇ ਵਿਖਾਇਆ ਜਦੋਂ ਉਹਨੂੰ ਅਸਲੀ ਗਿਆਨ ਦੀ ਸਮਝ ਦੇਣੀ ਸੀ। ਤਾਂ ਇਸ ਕਰਕੇ ਜਦੋਂ ਸਾਡਾ ਆਤਮਾ ਨਾਲ ਸੰਬੰਧ ਹੋ ਗਿਆ, ਫਿਰ ਸਾਨੂੰ ਹਰ ਥਾਂ 'ਤੇ ਆਤਮਾ ਦਿਖਾਈ ਦੇਵੇਗੀ। ਤੇ ਗੁਰੂਆਂ ਨੇ ਇਹੀ ਦੇਖਿਆ
ਗੱਦੀ ਨੂੰ ਅੱਗੇ ਦੇਣ ਤੋਂ ਪਹਿਲਾਂ ਜਿਸ ਵੀ ਸਿੱਖ ਨੂੰ ਗੱਦੀ ਦਿੱਤੀ ਉਸ ਦਾ ਆਤਮਾ ਨਾਲ ਸੰਬੰਧ ਹੋਇਆ ਦੇਖਿਆ, ਜਾਂ ਉਹਦਾ ਪਰਮਾਤਮਾ ਨਾਲ, ਆਤਮਾ ਨਾਲ, ਬ੍ਰਹਮ ਦੇ ਨਾਲ ਸੰਬੰਧ ਕਰਾਇਆ ਗਿਆ ਪਹਿਲਾਂ, ਫਿਰ ਉਸ ਨੂੰ ਗੱਦੀ ਦਿੱਤੀ। ਕਈ ਸਾਲ ਗੁਰੂ ਨਾਨਕ ਦੇਵ ਜੀ ਨੇ ਲਹਿਣਾ ਜੀ ਨੂੰ ਗਿਆਨ ਦਿੱਤਾ ਉਸ ਬ੍ਰਹਮ ਦੇ ਬਾਰੇ। ਚਲਦੇ ਚਲਦੇ ਜਦੋਂ ਉਹਨਾਂ ਨੇ ਉਸ ਬ੍ਰਹਮ ਨੂੰ ਪ੍ਰਾਪਤ ਕਰ ਲਿਆ ਤੇ ਉਹਨਾਂ ਦੇ ਅੰਦਰ ਜੋਤ ਰੱਖ ਦਿੱਤੀ। ਇਸੇ ਤਰ੍ਹਾਂ ਹੀ ਬਾਬਾ ਗੁਰੂ ਅਮਰਦਾਸ ਜੀ ਨੇ ਸੇਵਾ ਕੀਤੀ। ਸੇਵਾ ਕਰਦਿਆਂ ਕਰਦਿਆਂ ਉਹਨਾਂ ਦੇ ਅੰਦਰ ਜਦੋਂ ਉਹ ਬ੍ਰਹਮ ਗਿਆਨ ਆ ਗਿਆ, ਗੁਰੂ ਅੰਗਦ ਦੇਵ ਜੀ ਨੇ ਫੀਲ ਕੀਤਾ, ਅਨੁਭਵ ਕੀਤਾ, ਤੇ ਆਪਾਂ ਨਹੀਂ ਗੱਦੀ ਜਿਹੜੀ ਹੈ ਉਹਨਾਂ ਦੇ ਵਿੱਚ ਰੱਖ ਦਿੱਤੀ, ਜੋਤ ਉਹਨਾਂ 'ਚ ਰੱਖ ਦਿੱਤੀ। ਇਸੇ ਤਰ੍ਹਾਂ ਹੀ ਗੁਰੂਆਂ ਨੇ ਅੱਗੇ ਤੋਂ ਅੱਗੇ ਪ੍ਰਿਥੀ ਚੰਦ ਵਿੱਚ ਉਹ ਗਿਆਨ ਨਹੀਂ ਸੀ ਆਇਆ, ਗੁਰੂ ਅਰਜਨ ਦੇਵ ਜੀ ਵਿੱਚ ਆ ਗਿਆ ਤੇ ਉਹਨਾਂ ਦੇ ਵਿੱਚ ਰੱਖ ਦਿੱਤੀ। ਇਸੇ ਤਰ੍ਹਾਂ ਹੀ ਅੱਗੇ ਸਤਿਗੁਰਾਂ ਨੇ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਪੋਤਰੇ ਹਰ ਰਾਏ ਸਾਹਿਬ ਵਿੱਚ ਰੱਖੀ, ਤੇ ਹਰ ਰਾਏ ਸਾਹਿਬ ਜੀ ਦਾ ਵੱਡਾ ਪੁੱਤਰ ਰਾਮ ਰਾਏ ਭਾਵੇਂ ਬੜਾ ਗਿਆਨਵਾਨ ਹੋ ਗਿਆ ਸੀ, ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲਈਆਂ ਸੀ, ਦਾਤਾਂ ਗੁਰੂ ਦੀਆਂ ਦਿੱਤੀਆਂ ਹੋਈਆਂ ਸੀ ਉਸ ਨੂੰ, ਔਰ ਔਰੰਗਜ਼ੇਬ ਨੂੰ ਬੇਅੰਤ ਕਰਾਮਾਤੀ ਸ਼ਕਤੀਆਂ ਵਿਖਾ ਦਿੱਤੀਆਂ ਸੀ, ਪਰ ਜਦੋਂ ਉਸ ਨੇ ਵੀ ਗੁਰਬਾਣੀ ਨੂੰ ਨਹੀਂ ਸਮਝਿਆ, ਉਹਨਾਂ ਦੀ ਦਿੱਤੀ ਹੋਈ ਤਨਖਾਹ ਜਾਂ ਉਹਨਾਂ ਦਾ ਦਿੱਤਾ ਹੋਇਆ ਖਰਚਾ ਪਾਣੀ ਉਹਦੀ ਆਣ ਹੇਠ ਆ ਕੇ ਗੁਰਬਾਣੀ ਦੇ ਸ਼ਬਦ ਨੂੰ ਉਲਟਾ ਕੇ ਕਹਿ ਦਿੰਦਾ ਜੀ ਲਿਖਿਆ ਤਾਂ ਸੀਗਾ ਮਿੱਟੀ ਬੇਈਮਾਨ ਕੀ ਇਹ ਕਿਸੇ ਨੇ ਮੁਸਲਮਾਨ ਦੀ ਕਰਤਾ ਹੋਣਾ। ਤੇ ਰੋਜ਼ਾਨਾ ਰਿਪੋਰਟ ਆਉਂਦੀ ਸੀ ਦਿੱਲੀ ਤੋਂ ਵੀ ਅੱਜ ਕੀ ਗੱਲਬਾਤ ਹੋਈ ਆ। ਤੇ ਜਦੋਂ ਹਰ ਰਾਏ ਸਾਹਿਬ ਨੂੰ ਇਹ ਦੱਸਿਆ ਕਿ ਮਹਾਰਾਜ ਅੱਜ ਉਹਨਾਂ ਨੇ ਪੁੱਛਿਆ ਵੀ ਤੁਹਾਡੀ ਬਾਣੀ ਵਿੱਚ ਸਾਡੇ ਬਾਰੇ ਆ ਸ਼ਬਦ ਕਿਉਂ ਲਿਖਿਆ, ਮਿੱਟੀ ਮੁਸਲਮਾਨ ਕੀ ਪੇੜਾ ਪਈ ਘੁਮਿਆਰ ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ, ਤਾਂ ਅੱਜ ਉਹਨਾਂ ਨੇ ਇਹ ਜਵਾਬ ਦਿੱਤਾ ਜੀ ਲਿਖਿਆ ਤਾਂ ਸੀਗਾ ਮਿੱਟੀ ਬੇਈਮਾਨ ਕੀ ਕਿਸੇ ਨੇ ਮੁਸਲਮਾਨ ਕੀ ਕਰਤਾ ਹੋਣਾ। ਅਸਲ ਵਿੱਚ ਉਹ ਜੇ ਉਸ ਦੇ ਅਸਲੀ ਅਰਥ ਕਰਕੇ ਦੱਸ ਦਿੰਦਾ ਤਾਂ ਕੋਈ ਵੱਡੀ ਗੱਲ ਨਹੀਂ ਸੀ, ਉਹਨੂੰ ਇਹ ਗਿਆਨ ਵੀ ਸੀਗਾ, ਪਰ ਅਸਲ ਵਿੱਚ ਉਹਨਾਂ ਦੀ ਕਾਣ 'ਚ ਆ ਗਿਆ, ਕਿਉਂਕਿ ਉਹਨਾਂ ਨੇ 2000 ਉਸ ਵੇਲੇ ਰੋਜ਼ ਦਾ ਖਰਚਾ ਦੇਣਾ ਸ਼ੁਰੂ ਕਰਤਾ ਰਾਮ ਰਾਏ ਨੂੰ। ਮਾਨੋ ਕਿ ਪਾੜੋ ਤੇ ਰਾਜਗੁਰੂ ਦੀ ਸ਼ਾਇਦ ਇਹਦੇ 'ਚ ਖਿਆਲ ਹੋਵੇ ਵੀ ਗੁਰੂ ਸਾਹਿਬ ਦਾ ਬੱਚਾ ਉਹਨਾਂ ਦੀ ਉਲਟ ਕਰ ਦਈਏ ਤੇ ਗੁਰਤਾ ਗੱਦੀ ਰੁਕ ਜਾਵੇਗੀ, ਪਰ ਉਹਨਾਂ ਨੇ ਆਪਣੀ ਸ਼ਕਤੀ ਛੋਟੇ ਪੁੱਤਰ ਹਰਕ੍ਰਿਸ਼ਨ ਜੀ ਵਿੱਚ ਰੱਖ ਦਿੱਤੀ। ਕਹੋ ਸਤਿਨਾਮ। ਤੇ ਹਰਕ੍ਰਿਸ਼ਨ ਜੀ ਨੇ ਵੇਖਿਆ ਕਿ ਹੁਣ ਇਸ ਗੁਰਤਾ ਗੱਦੀ ਦਾ ਮਾਲਕ ਜਿਹੜਾ ਹੈ ਉਹ ਸਰਬ ਕਲਾ ਸਮਰੱਥ ਸਾਡਾ ਬਾਬਾ ਗੁਰੂ ਤੇਗ ਬਹਾਦਰ ਹੈ, ਤਾਂ ਉਹਨਾਂ ਨੇ ਉਹ ਗੁਰਤਾ ਗੱਦੀ ਦੀ ਪਾਵਰ ਬਾਬਾ ਬਕਾਲੇ ਕਹਿ ਕੇ ਉਹ ਸ਼ਕਤੀ ਉੱਥੇ ਰੱਖ ਦਿੱਤੀ। ਭਾਵ ਪਹਿਲਾਂ ਪਰਖਿਆ ਗਿਆ ਬਈ ਇਹ ਗੁਰਤਾ ਗੱਦੀ ਕਿੱਥੇ ਰੱਖੀਏ ਤਾਂ ਕਿ ਇਹ ਜਿਹੜੀ ਹੈ ਰੀਤ ਅੱਗੇ ਤੋਂ ਅੱਗੇ ਚੱਲਦੀ ਰਹੇ, ਬੰਦ ਨਾ ਹੋ ਸਕੇ। ਤੇ 10ਵੇਂ ਪਾਤਸ਼ਾਹ ਜੀ ਨੇ ਵੇਖਿਆ ਕਿ ਕਿਸੇ ਇੱਕ ਨੂੰ ਨਹੀਂ, ਹੁਣ ਪੰਜਾਂ ਦੀ ਪੰਚਾਇਤ ਬਣਾਈ ਜਾਵੇ ਤੇ ਉਹਨਾਂ ਪੰਜਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ ਜਾਵੇ, ਤਾਂ ਇਹ ਗੱਦੀ ਚੱਲਦੀ ਰਹਿ ਸਕਦੀ ਆ। ਕਹੋ ਸਤਿਨਾਮ। ਤਾਂ ਉਹਨਾਂ ਨੇ ਪੰਜਾਂ ਪਿਆਰਿਆਂ ਵਿੱਚੋਂ ਤਾਕਤ ਰੱਖੀ ਔਰ ਉਹਨਾਂ ਪੰਜਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਕੀਤਾ। ਗੁਰੂ ਗ੍ਰੰਥ ਸਾਹਿਬ ਤੇ ਪੰਜ ਪਿਆਰੇ ਮਿਲ ਕੇ ਹੀ ਸਾਨੂੰ ਅੱਗੇ ਗੁਰਮਤਿ ਮਰਜ਼ਾਦਾ ਨਾਲ ਜੋੜਦੇ ਆ। ਇਸ ਤਰ੍ਹਾਂ ਗੁਰੂ ਪਿਆਰਿਓ, ਪ੍ਰੀਤਮ ਜੀ ਕਹਿੰਦੇ ਜਿਵੇਂ ਅੱਗ ਦੇ ਗੁਣ ਨੂੰ ਪਾ ਕਰਕੇ ਲੋਹਾ ਜਿਹੜਾ ਹੈ ਦੂਜਿਆਂ ਨੂੰ ਸਾੜਨ ਦੀ ਤਾਕਤ ਰੱਖਦਾ ਹੈ, ਉਸੇ ਤਰ੍ਹਾਂ ਇਤਿਆਦ ਕਾ ਨਿਤ ਪ੍ਰਾਤੇ ਵਿਚਾਰੈ ਨਿਦ ਆਸਨ ਕਹਾ ਨੀਕੇ ਤਾਰੈ। ਤਾਂ ਇਸ ਗੱਲ ਨੂੰ ਹਮੇਸ਼ਾ ਵਿਚਾਰੇ ਭਾਵ ਯਾਦ ਕਰਦੇ ਰਹੋ, ਰਿਪੀਟ ਕਰਦੇ ਰਹੋ ਆਪਣੇ ਅੰਦਰ ਕਿ ਮੈਂ ਉਸ ਵਿਆਪਕ ਪਰਮੇਸ਼ਰ ਦੇ ਨਾਲ ਸੰਬੰਧ ਪਾ ਕੇ ਰੱਖਣਾ। ਵਿੱਚੋਂ ਇਤਿਹਾਸ ਦਿਓ ਕਈ ਟੂਕ ਮਾਤਰ ਗੱਲਾਂ ਵੀ ਇਹਨਾਂ ਗੱਲਾਂ ਨੂੰ ਕਲੀਅਰ ਕਰ ਜਾਂਦੀਆਂ। ਜਿਵੇਂ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜਦ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਨੂੰ ਜਾਣ ਲੱਗੇ, ਉਹਨਾਂ ਨੇ ਬਾਬਾ ਬੁੱਢਾ ਜੀ ਹੋਰਾਂ ਨਾਲ ਗੁਰਦੁਆਰਾ ਕੋਠੜੀ ਸਾਹਿਬ, ਜੋ ਕਿ ਹੁਣ ਆਪਣਾ ਸੱਚਖੰਡ ਸਾਹਿਬ ਹੈ, ਤਖਤ ਅਕਾਲ ਤਖਤ ਸਾਹਿਬ ਦੇ ਅੰਦਰ ਜਿੱਥੋਂ ਰੋਜ਼ਾਨਾ ਮਹਾਰਾਜ ਜੀ ਆਉਂਦੇ ਆ ਤੇ ਵਿਸ਼ਰਾਮ ਕਰਦੇ ਆ, ਉਹਦਾ ਨਾਮ ਕੋਠੜੀ ਸਾਹਿਬ ਸੀ ਪਹਿਲਾਂ। ਉੱਥੇ ਹੀ ਸ਼ੁਰੂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਨ ਕੀਤਾ ਗਿਆ ਸੀ। ਆਪ ਜੀ ਦਾ ਉਹਦੇ ਥੱਲੇ ਚਾਦਰ ਵਿਛਾ ਕੇ ਥੱਲੇ ਹੀ ਆਰਾਮ ਕਰਦੇ ਸਨ। ਉੱਥੇ ਇੱਕ ਗੁਪਤ ਮੀਟਿੰਗ ਕੀਤੀ ਆ ਗੁਰੂ ਅਰਜਨ ਦੇਵ ਜੀ ਨੇ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਆਦਿ ਸਿਆਣੇ ਸਿੱਖਾਂ ਦੇ ਨਾਲ, ਔਰ ਵਿੱਚ ਆਪਣੇ ਪੁੱਤਰ ਹਰਗੋਬਿੰਦ ਸਾਹਿਬ ਨੂੰ ਵੀ ਬਿਠਾਇਆ ਔਰ ਸਾਰੀ ਆਉਣ ਵਾਲੇ ਸਮੇਂ ਦੇ ਬਾਰੇ ਜਾਣਕਾਰੀ ਦਿੱਤੀ ਹੈ ਇਹਨਾਂ ਸਿਆਣੇ ਸਿੱਖਾਂ ਨੂੰ, ਬਾਬਾ ਬੁੱਢਾ ਜੀ ਵਰਗੇ ਮੋਹਰੀ ਸਿੱਖਾਂ ਨੂੰ। ਔਰ ਕਹਿਣ ਲੱਗੇ ਅਸੀਂ ਚੱਲੇ ਹਾਂ ਲਾਹੌਰ, ਪਤਾ ਨਹੀਂ ਉੱਥੋਂ ਆਈਏ ਕਿ ਨਾ ਆਈਏ। ਭਾਵੇਂ ਉਹਨਾਂ ਨੂੰ ਪਤਾ ਸੀਗਾ ਪਰ ਇੱਦਾਂ ਹੀ ਕਹਿਣਾ ਬਣਦਾ।
ਔਰ ਜੇ ਅਸੀਂ ਨਾ ਆਏ ਤਾਂ ਫਿਰ ਗੁਰਤਾ ਗੱਦੀ ਬਾਬਾ ਜੀ ਕਿਹਨੂੰ ਦੇਣੀ ਚਾਹੀਦੀ ਆ ਅੱਗੇ? ਤੇ ਬਾਬਾ ਬੁੱਢਾ ਜੀ ਕਹਿਣ ਲੱਗੇ, ਜੀ ਤੁਹਾਡੇ ਪੁੱਤਰ ਤੋਂ ਕਾਬਲ ਹੋਰ ਕੌਣ ਹੋ ਸਕਦਾ ਹੈ? ਹਰਗੋਬਿੰਦ ਸਾਹਿਬ ਹੀ ਗੁਰਤਾ ਗੱਦੀ ਦੇ ਮਾਲਕ ਹੈ, ਇਹੋ ਹੀ ਸੰਭਾਲ ਸਕਦੇ ਆ ਹੁਣ ਅੱਗੇ। ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਠੀਕ ਹੈ, ਤੁਸੀਂ ਮੇਰੇ ਤੋਂ ਬਾਅਦ ਗੁਰਤਾ ਗੱਦੀ ਦਾ ਟਿੱਕਾ ਇਹਨਾਂ ਨੂੰ ਕਰ ਦੇਣਾ, ਪਰ ਨਾਲ ਹੀ ਆਪਣੇ ਪੁੱਤਰ ਹਰਗੋਬਿੰਦ ਸਾਹਿਬ ਨੂੰ ਇੱਕ ਹੁਕਮ ਲਾਉਂਦੇ ਆ ਕਿ ਪੁੱਤਰ ਇਹਨਾਂ ਸਿਆਣੇ ਸਿੱਖਾਂ ਦੀ ਸਲਾਹ ਨਾਲ ਸਾਰੇ ਕਾਰਜ ਕਰਨੇ ਆ। ਕੋਈ ਸਤਿਨਾਮ। ਬਾਬਾ ਬੁੱਢਾ ਜੀ ਵਰਗੇ ਸਿਆਣੇ ਸਿੱਖਾਂ ਦੀ ਸਲਾਹ ਨਾਲ ਸਾਰੇ ਕਾਰਜ ਕਰਨੇ ਆ। ਬਾਹਰੋਂ ਆਪਣੇ ਆਪ ਨੂੰ ਸੰਗਤ ਵਿੱਚ ਮਿਲਾ ਕੇ ਰੱਖਣਾ ਹੈ, ਲੇਕਿਨ ਅੰਦਰੋਂ ਆਪਣੇ ਆਪ ਨੂੰ ਪਰਮੇਸ਼ਰ ਦਾ ਰੂਪ ਜਾਣਨਾ ਹੈ। ਕੋਈ ਸਤਿਨਾਮ। ਇੱਥੇ ਆਪਾਂ ਇਹੀ ਗੱਲ ਕਰਨ ਲੱਗੇ ਸੀਗੇ, ਆਤਮ ਅਹੰਗ ਸੰਬੰਧ ਕੋ ਪਾਏ। ਜਦੋਂ ਆਤਮਾ ਦਾ ਮੇਰਾ ਤੇ ਮੈਂ ਦਾ, ਮੇਰਾ ਤੇ ਮੈਂ ਦਾ ਭਾਵ ਅਸੀਂ ਦੋ ਜਣੇ ਹੋ ਗਏ। ਆਤਮਾ ਅੰਦਰ ਬੈਠੀ ਆ, ਮੈਂ ਬਾਹਰ ਮੈਂ ਕਰਦਾ ਫਿਰਦਾ। ਕੋਈ ਸਤਿਨਾਮ। ਸਾਡਾ ਮਨ ਜਿਹੜਾ ਬਾਹਰ ਨਿਕਲ ਗਿਆ, ਇਹ ਮਨ ਦੇ ਦੋ ਟੋਟੇ ਹੋ ਗਏ। ਇੱਕ ਅਚੇਤ ਮਨ ਅੰਦਰ ਬੈਠਾ ਹੈ, ਇੱਕ ਮਨ ਬਾਹਰ ਨਿਕਲ ਗਿਆ। ਜਿਹੜਾ ਬਾਹਰ ਨਿਕਲਿਆ ਫਿਰਦਾ ਉਹ ਮੈਂ ਕਰਦਾ ਫਿਰਦਾ। ਇਹ ਬਾਹਰ ਨਿਕਲਿਆ ਮਨ ਜਦੋਂ ਅੰਦਰਲੇ ਅਚੇਤ ਮਨ ਆਤਮਾ ਨਾਲ ਜੁੜੇਗਾ, ਇਹਨੂੰ ਕਹਿੰਦੇ ਆ ਮੈਂ ਦਾ ਤੇ ਆਤਮਾ ਦਾ ਸੰਬੰਧ। ਕੋਈ ਸਤਿਨਾਮ। ਜਦੋਂ ਇਹਨਾਂ ਦੋਨਾਂ ਦਾ ਮਿਲਾਪ ਹੋਵੇਗਾ, ਫਿਰ ਜਦੋਂ ਇਹ ਮਿਲ ਗਏ ਤੇ ਫਿਰ ਵਿਆਪਕ ਪਰਮੇਸ਼ਰ ਦਾ ਪ੍ਰਕਾਸ਼ ਇਹਨਾਂ ਨੂੰ ਮਿਲੇਗਾ। ਹੁਣ ਜਦੋਂ ਪ੍ਰਕਾਸ਼ ਦਾ ਤੁਹਾਡੇ ਕੋਲੇ ਕਦੇ ਨਾ ਕਦੇ ਅਨੁਭਵ ਹੋਇਆ, ਹੁਣ ਤੁਸੀਂ ਉਹਨੂੰ ਜ਼ਿੰਦਗੀ ਭਰ ਯਾਦ ਰੱਖਣਾ। ਕਦੇ ਨਾ ਕਦੇ ਜੋ ਸਿਮਰਨ ਭਜਨ ਬੰਦਗੀ ਕਰਨਗੇ, ਪਿਛਲੇ ਕਈ ਦਿਨਾਂ ਤੋਂ ਆਪਾਂ ਇਸ ਵਿਸ਼ੇ 'ਤੇ ਵਿਚਾਰਾਂ ਕਰ ਰਹੇ ਹਾਂ। ਆਪਾਂ ਨੂੰ ਕਰਨਾ ਚਾਹੀਦਾ, ਪ੍ਰੈਕਟੀਕਲ ਕਰਨਾ ਚਾਹੀਦਾ ਹੈ। ਕੇਵਲ ਇਹ ਨਹੀਂ ਵੀ ਚਲੋ ਘੰਟਾ ਕੁ ਲਾ ਆਉਣਾ, ਸ਼ਾਮ ਨੂੰ 4 ਵਜੇ 5 ਵਜੇ ਜਾ ਕੇ ਆਪਾਂ ਤੇ ਸੁਣ ਕੇ ਆ ਜਾਣਾ। ਇਹ ਬਹੁਤ ਵੱਡੀਆਂ ਗੱਲਾਂ ਹਨ ਔਰ ਆਪਣੇ ਵੱਡੇ ਭਾਗ ਹੈ ਜਿਨ੍ਹਾਂ ਨੂੰ ਇਹ ਸੁਣਨ ਵਾਸਤੇ ਮਿਲੀਆਂ, ਔਰ ਸੁਣ ਕਰਕੇ ਆਪਾਂ ਇਸ 'ਤੇ ਪ੍ਰੈਕਟੀਕਲ ਕਰਕੇ ਦੇਖੀਏ। ਜਿਹੜੇ ਪ੍ਰੈਕਟੀਕਲ ਕਰਨਗੇ ਉਹਨਾਂ ਨੂੰ ਪਰਮੇਸ਼ਰ ਕਦੇ ਨਾ ਕਦੇ ਕੋਈ ਨਾ ਕੋਈ ਐਸਾ ਅਨੁਭਵ ਕਰਵਾਏਗਾ ਕਿ ਉਹ ਆਪਣੇ ਆਪ ਨੂੰ ਪਰਮੇਸ਼ਰ ਦੇ ਨਾਲ ਮਿਲਦਾ ਵੇਖਣਗੇ। ਤੇ ਫਿਰ ਕੀ ਕਰਨਾ ਹੈ? ਇਤਿਆਦਿਕ ਨਿਤਾ ਪ੍ਰਤੀ ਵਿਚਾਰੇ, ਆਪਣੇ ਆਪ ਨੂੰ ਪਰਮੇਸ਼ਰ ਨਾਲ ਜੋੜ ਕੇ ਰੱਖੇ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਫਿਰ ਜਾ। ਤੋ ਹਰਗੋਬਿੰਦ ਸਾਹਿਬ ਨੂੰ ਕੀ ਹੁਕਮ ਦਿੱਤਾ ਸੀਗਾ ਕਿ ਬਾਹਰੋਂ ਸਿੱਖ ਸੰਗਤਾਂ ਵਿੱਚ ਮਿਲ ਕੇ ਰਹਿਣਾ ਤੇ ਅੰਦਰੋਂ ਆਪਣੇ ਆਪ ਨੂੰ ਪਰਮੇਸ਼ਰ ਜਾਣਨਾ। ਕੋ ਸਤਿਨਾਮ। ਪਰਮਾਤਮਾ ਦੀ ਅੰਸ਼ ਜਾਣਨਾ ਹੈ ਆਪਣੇ ਆਪ ਨੂੰ ਅੰਦਰੋਂ। ਤੇ ਬਾਹਰੀ ਤੌਰ ਤੇ ਹਰਗੋਬਿੰਦ ਸਾਹਿਬ ਮਹਾਰਾਜ 4 ਜੰਗਾਂ ਵੀ ਕੀਤੀਆਂ, ਸੰਗਤ ਨਾਲ ਮਿਲੇ ਵੀ ਰਹੇ। ਬਾਬਾ ਬੁੱਢਾ ਜੀ ਹੋਰਾਂ ਦੀ, ਭਾਈ ਗੁਰਦਾਸ ਹੋਰਾਂ ਦੀ, ਇਹਨਾਂ ਸਿੱਖਾਂ ਦੀ ਸਲਾਹ ਨਾਲ ਵੀ ਚੱਲਦੇ ਰਹੇ, ਪਰ ਅੰਦਰੋਂ ਆਪਣੇ ਆਪ ਨੂੰ ਉਸ ਪਰਮੇਸ਼ਰ ਦੀ ਅੰਸ਼ ਜਾਣਨਾ। ਬਸ ਇਹੀ ਕਾਰਨ ਹੈ ਕਿ ਅਸੀਂ ਰਾਜੇ ਦੇ ਪੁੱਤਰ ਹੁੰਦੇ ਹੋਏ ਮੰਗਤੇ ਬਣੇ ਫਿਰਦੇ ਹਾਂ। ਅਸੀਂ ਅਸਲੀਅਤ ਨੂੰ ਭੁੱਲ ਗਏ ਹਾਂ। ਬਾਲਕ ਰਾਜਾ ਕਾਚੀ ਨਗਰੀ ਦੁਸ਼ਟਾਂ ਨਾਲ ਪਿਆਰੋ। ਅਸਲੀਅਤ ਨੂੰ ਭੁੱਲ ਕੇ ਅਸੀਂ ਉਹਨਾਂ 4 ਵਸਤੂਆਂ ਨੂੰ ਛੱਡ ਕੇ ਧਰਮ ਅਰਥ ਕਾਮ ਮੋਖ ਦੇ ਵਾਸਤੇ ਇਹਨਾਂ 5 ਵਿਕਾਰਾਂ ਦਾ ਲੜ ਫੜ ਲਿਆ। ਤੇ ਜਿਹੜੇ ਸੀਗੇ 5 ਵਜ਼ੀਰ ਉੱਥੋਂ ਆਏ, ਦਇਆ ਧਰਮ ਹਿੰਮਤ, ਇਹ ਸਾਰੇ 5 ਵਜ਼ੀਰ ਜਿਹੜੇ ਉੱਥੋਂ ਨਾਲ ਆਏ ਸੀ ਉਹ ਛੱਡ ਦਿੱਤੇ ਨਾ, ਤੇ ਕਾਲ ਦੇ ਵਜ਼ੀਰ ਲੈ ਲਏ। ਔਰ ਇਹਨਾਂ ਕਾਲ ਦੇ ਵਜ਼ੀਰਾਂ ਨੇ ਅਸਲੀਅਤ ਤੋਂ ਭਟਕਾ ਦਿੱਤਾ ਹੈ ਸਾਨੂੰ। ਗੁਰੂ ਪਾਤਸ਼ਾਹ ਕਹਿੰਦੇ, ਇਤਿਆਦਿਕ ਨਿਤਾ ਪ੍ਰਤੀ ਵਿਚਾਰੇ, ਨਿਧ ਆਸਨ ਕੋ ਨੀਕੈ ਧਾਰੇ। ਨਿਧ ਆਸਨ ਹੁੰਦਾ ਹੈ ਕਿ ਗੱਲ ਨੂੰ ਦ੍ਰਿੜ ਕਰਦੇ ਜਾਣਾ, ਪੱਕੀ ਕਰਦੇ ਜਾਣਾ, ਹੋਰ ਪੱਕੀ ਹੋਰ ਪੱਕੀ। ਅੱਜ ਤੁਸੀਂ ਪੱਕੀ ਕੀਤੀ ਆ, ਕੱਲ੍ਹ ਨੂੰ ਇੱਦੋਂ ਵੀ ਪੱਕੀ ਹੋ ਜੇ, ਪਰਸੋਂ ਇੱਦੋਂ ਵੀ ਪੱਕੀ ਹੋ ਜੇ। ਭਾਵ ਤੁਸੀਂ ਇਹ ਮੰਨ ਕੇ ਚੱਲੋ ਕਿ ਤੁਸੀਂ ਇਸ ਗੱਲ ਨੂੰ ਭੁਲਾਉਣਾ ਨਹੀਂ। ਤੇਰਾ ਸਰੀਰਨ ਤੇ ਮੈਂ ਨਿਆਰੋ, 3 ਅਵਸਥਾ ਸਾਖੀ ਧਾਰੋ। ਤੂੰ ਆਪਣੇ ਅੰਦਰ ਇਹ ਗੱਲ ਵਸਾ ਕੇ ਰੱਖੋ ਵੀ ਤੁਸੀਂ 3 ਸਰੀਰਾਂ ਦੇ ਜਾਣਕਾਰ ਹੋ, 3 ਸਰੀਰਾਂ ਦੇ ਸਾਖੀ, 3 ਨੂੰ ਜਾਣਦੇ ਹੋ। ਸਰੀਰ ਅਧਿਆਤਮਕ ਨੂੰ ਵੀ ਜਾਣਦੇ ਹੋ, ਜਿਹੜਾ ਸਾਡਾ ਬਾਹਰ ਅਸਥੂਲ ਸਰੀਰ ਹੈ ਇਹਨੂੰ ਵੀ ਆਪਾਂ ਜਾਣਦੇ ਹਾਂ। ਪੈਰ ਦੁਖਦਾ, ਸਿਰ ਦੁਖਦਾ, ਅੰਗੂਠਾ ਦੁਖਦਾ, ਹੱਥ ਦੁਖਦਾ, ਤਾਂ ਕੌਣ ਜਾਣਦਾ? ਜਿਹੜਾ ਇਹਦਾ ਸਾਖੀ ਹੈ, ਇਹਦੇ ਵਿੱਚ ਬੈਠਾ ਇਹਦਾ ਮਾਲਕ ਹੈ। ਤੇ ਉਹ ਸੂਖਮ ਸਰੀਰ ਨੂੰ ਵੀ ਜਾਣਦਾ। ਇਸ ਅਸਥੂਲ ਸਰੀਰ ਦੇ ਨਾਲ ਕਰਮ ਹੁੰਦੇ ਨੇ, ਸੂਖਮ ਸਰੀਰ ਦੇ ਨਾਲ ਵੀ ਕਰਮ ਹੁੰਦੇ ਆ। ਜੇ ਮਨ ਅਚੇਤ ਪਾਪ ਤੇ ਡਰ ਰਹੇ, ਉਹ ਸੂਖਮ ਦੇ ਨਾਲ ਕਰਦੇ ਹਾਂ ਅਸੀਂ। ਕਿਸੇ ਨੂੰ ਸੋਚ ਦੇ ਨਾਲ ਮਾੜਾ ਸੋਚਣਾ, ਮਾੜਾ ਕਹਿਣਾ,
ਇਹ ਦੋਨਾਂ ਸਰੀਰਾਂ ਰਾਹੀਂ ਕਰਮ ਅਸੀਂ ਕਰਦੇ ਹਾਂ, ਅਸਥੂਲ ਨਾਲ ਵੀ ਕਰਦੇ ਹਾਂ, ਸੂਖਮ ਨਾਲ ਵੀ ਕਰਦੇ ਹਾਂ। ਤੇ ਕਾਰਨ ਸਰੀਰ ਦੇ ਵਿੱਚ ਕਰਮਾਂ ਦੇ ਬੀਜ ਹੁੰਦੇ ਆ, ਉੱਥੋਂ ਬੀਜ ਪ੍ਰਗਟ ਹੁੰਦੇ ਨੇ। ਕਾਰਨ ਸਰੀਰ ਹੈ ਜਿਹੜਾ ਸਾਡਾ ਤੀਸਰਾ ਸਰੀਰ, ਉਹਦੇ ਵਿੱਚ ਸਾਡੇ ਪਿਛਲੇ ਸਾਰੇ ਸੰਸਕਾਰ ਪਏ ਨੇ। ਜਨਮਾਂ ਜਨਮਾਂਤਰਾਂ ਤੋਂ ਤੁਰੇ ਆ ਰਹੇ ਹਾਂ। ਜਿਹੜੀਆਂ ਜੂਨਾਂ ਵਿੱਚ ਦੀ ਟੱਪੇ ਆਪਾਂ, ਕੁੱਤੀਆਂ ਬਿੱਲੀਆਂ ਸੱਪਾਂ ਗਿੱਦੜਾਂ ਸ਼ੇਰਾਂ ਬਘਿਆੜਾਂ ਵਿੱਚ ਦੀ ਟੱਪੇ, ਉਹਨਾਂ ਦੇ ਸੰਸਕਾਰ ਅਸੀਂ ਨਾਲ ਚੱਕੀ ਫਿਰਦੇ ਹਾਂ। ਉਹ ਤੀਜੇ ਕਾਰਨ ਸਰੀਰ ਵਿੱਚ ਖਜ਼ਾਨਾ ਪਿਆ ਸਾਰਾ। ਕੋਈ ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਸੰਸਕਾਰਾਂ ਦੇ ਮੁਤਾਬਕ ਜਦੋਂ ਕਦੀ ਉਹ 'ਚੋਂ ਕੋਈ ਬੀਜ ਨਿਕਲਦਾ, ਭਾਵ ਕੋਈ ਕਰਮ ਫੁੱਟਦਾ, ਉਹ ਸਾਡੇ ਸੂਖਮ ਸਰੀਰ 'ਚ ਆਉਂਦਾ। ਜੇ ਤਾਂ ਉਹਦਾ ਕਰਮ ਸੂਖਮ ਨਾਲ ਹੋ ਸਕਦਾ ਤੇ ਸੂਖਮ ਨਾਲ ਕਰਦੇ ਹਾਂ, ਤੇ ਜੇ ਅਸਥੂਲ ਨਾਲ ਹੋ ਸਕਦਾ ਫਿਰ ਅਸੀਂ ਹੱਥ ਨਾਲ ਕਰਦੇ ਹਾਂ, ਪੈਰਾਂ ਨਾਲ ਕਰਦੇ ਹਾਂ, ਸਰੀਰ ਕਰਕੇ ਕਰਦੇ ਹਾਂ। ਪਰ ਉਹ ਬੀਜ ਪਏ ਨੇ ਤੀਜੇ ਸਰੀਰ ਕਾਰਨ ਸਰੀਰ 'ਚ। ਤੇ ਜਿਹੜਾ ਅਸੀਂ ਖੁਦ ਹਾਂ, ਇਹ ਕਾਰਨ ਨੂੰ ਵੀ ਜਾਣਦਾ ਹੈ, ਸੂਖਮ ਨੂੰ ਵੀ ਜਾਣਦਾ ਹੈ ਤੇ ਅਸਥੂਲ ਨੂੰ ਵੀ ਜਾਣਦਾ ਹੈ। ਤਾਂ ਤੇ ਪਾਤਸ਼ਾਹ ਜੀ ਕਹਿੰਦੇ ਸਿੱਖੋ, ਤੁਸੀਂ ਇਹ ਗੱਲ ਯਾਦ ਰੱਖਣੀ ਹੈ, ਤਿੰਨਾਂ ਸਰੀਰਾਂ ਤੋਂ ਨਿਆਰੇ ਰਹਿਣਾ ਹੈ ਔਰ ਤਿੰਨਾਂ ਅਵਸਥਾ ਨੂੰ ਜਾਣਨਾ ਹੈ। ਦੇਖੋ ਜਾਗਰਤ ਤਾਂ ਜਾਣ ਹੀ ਰਹੇ ਹਾਂ, ਵੀ ਹੁਣ ਕਥਾ ਹੋ ਰਹੀ ਹੈ, ਤੁਸੀਂ ਸੁਣ ਰਹੇ ਹੋ, ਅਸੀਂ ਕਰ ਰਹੇ ਹਾਂ। ਕੋਈ ਸਤਨਾਮ, ਇਹ ਜਾਗਰਤ ਹੈ। ਸੁਪਨੇ ਨੂੰ ਵੀ ਜਾਣਦੇ ਹੋ, ਤੁਸੀਂ ਜਾਣਦੇ ਹੀ ਹੁੰਦੇ ਹੋ ਨਾ। ਛੋਟੀ ਜਿਹੀ ਕਹਾਣੀ ਹੈ ਉਜੈਨ ਦੇ ਰਾਜੇ ਦੀ। ਕਹਿੰਦੇ ਉਜੈਨ ਦਾ ਰਾਜਾ, ਉਹਦਾ ਪੁੱਤਰ ਬੜੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਿਹਾ, ਮਰਨ ਕਿਨਾਰੇ ਆ, ਠੀਕ ਨਹੀਂ ਹੋ ਰਿਹਾ, ਬੜੀਆਂ ਦਵਾਈਆਂ ਕਰਾਈਆਂ। ਔਰ ਵੈਦ ਕਹਿੰਦੇ ਵੀ ਹੁਣ ਤਾਂ ਭਾਈ ਜਿੰਨੀ ਹੋ ਸਕਦੀ ਹੈ ਸੇਵਾ ਕਰ ਲਓ, ਇਹ ਥੋੜ੍ਹੇ ਦਿਨਾਂ ਦਾ ਇਹਨੇ ਮਰ ਜਾਣਾ। ਕਹੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਰਾਤ ਦਾ ਸਮਾਂ, ਰਾਜਾ ਤੇ ਰਾਣੀ ਉਹਨਾਂ ਦੇ ਕੋਲ ਉਹਨਾਂ ਦਾ ਬੱਚਾ ਪਿਆ। ਰਾਜੇ ਨੂੰ ਸੁਪਨਾ ਚੱਲ ਪਿਆ। ਰਾਜੇ ਦੇ ਅੰਦਰ ਸੁਪਨਾ ਆ ਰਿਹਾ ਹੈ ਬਈ ਜਿਵੇਂ ਉਸ ਦੀ ਰਾਣੀ ਬੈਠੀ ਆ ਕੋਲੇ ਤੇ 6 ਉਹਦੇ ਪੁੱਤਰ ਤੇ ਹੱਸ ਖੇਡ ਰਹੇ ਨੇ। ਕਹੋ ਸਤਨਾਮ। ਰਾਤ ਨੂੰ ਸੁਪਨਾ ਆ ਰਿਹਾ ਹੈ, ਰਾਜਾ ਸੁਪਨੇ ਦੇ ਵਿੱਚ ਉਹਨਾਂ 6 ਪੁੱਤਰਾਂ ਦੇ ਨਾਲ ਖਚਤ ਹੈ, ਖੁਸ਼ ਹੋ ਰਿਹਾ ਹੈ। ਉਹਦੇ ਅੰਦਰ 6 ਪੁੱਤਰਾਂ ਦਾ ਸੁਪਨਾ ਚੱਲ ਰਿਹਾ। ਇੱਧਰ ਰਾਣੀ ਆਪਣੇ ਬਿਮਾਰ ਪੁੱਤਰ ਨੂੰ ਦੇਖ ਰਹੀ ਹੈ। ਉਹਦੇ ਵੇਖਦਿਆਂ ਬੱਚਾ ਜਿਹੜਾ ਸਰੀਰ ਛੱਡ ਗਿਆ, ਮਰ ਗਿਆ। ਰਾਣੀ ਨੇ ਰੋ ਕੇ ਚੀਕ ਮਾਰੀ। ਰਾਜਾ ਉੱਠ ਬੈਠਾ ਤੇ ਉੱਠ ਕੇ ਰਾਜਾ ਹੱਸਣ ਲੱਗਿਆ। ਰਾਣੀ ਕਹਿੰਦੀ ਤੁਹਾਨੂੰ ਕੀ ਹੋ ਗਿਆ? ਤੇਰਾ ਪੁੱਤਰ ਮਰ ਗਿਆ, ਤੂੰ ਹੱਸੀ ਜਾਂਦਾ। ਕਹਿੰਦਾ ਹੁਣ ਮੈਂ ਇਹਨੂੰ ਰੋਵਾਂ ਕਿ ਉਹਨਾਂ 6 ਨੂੰ ਰੋਵਾਂ ਜਿਹੜੇ ਪਹਿਲਾਂ 6 ਮਰ ਗਏ। ਕਹੋ ਸਤਨਾਮ। ਕਹਿੰਦੀ ਕਿਹੜੇ 6? ਕਹਿੰਦਾ ਹੁਣੇ ਸੁਪਨਾ ਚੱਲ ਰਿਹਾ ਸੀਗਾ, ਸੁਪਨੇ ਵਿੱਚ ਮੇਰੇ ਕੋਲੇ 6 ਪੁੱਤਰ ਸਨ ਤੇ ਰਾਣੀ ਤੂੰ ਹੀ ਸੀ। ਤੇ ਜਦੋਂ ਹੀ ਤੂੰ ਰੋਈ ਮੇਰਾ ਸੁਪਨਾ ਟੁੱਟਿਆ, ਉਹ 6 ਦੇ 6 ਖਤਮ ਹੋ ਗਏ ਤੇ ਇੱਧਰ ਆ ਖਤਮ ਹੋ ਗਿਆ। ਇਹ ਵੀ ਇੱਕ ਸੁਪਨਾ ਹੀ ਹੈ। ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨ। ਤਾਂ ਵੇਖੋ ਇੱਕ ਨਿੱਕੀ ਜਿਹੀ ਗੱਲ 'ਚ ਉਸ ਰਾਜੇ ਨੂੰ ਇਹ ਗਿਆਨ ਕਰਾ ਦਿੱਤਾ ਕਿ ਇੱਕ ਲੰਬਾ ਸੁਪਨਾ ਹੈ, ਉਹ ਇੱਕ ਰਾਤ ਦਾ ਸੁਪਨਾ, ਛੋਟਾ ਸੁਪਨਾ ਹੈ। ਇਸ ਕਰਕੇ ਸਾਡੀ ਆਤਮਾ ਜਿਹੜੀ ਹੈ, ਜੋ ਅਸੀਂ ਖੁਦ ਹਾਂ, ਆਪਾਂ ਸਾਰੇ ਜੋ ਸਰੀਰ ਦੇ ਵਿੱਚ ਆਪਾਂ ਇਹਨੂੰ ਜਾਣਨ ਵਾਲੇ ਹਾਂ, ਨਹੁੰ ਤੋਂ ਲੈ ਕੇ ਪੈਰ ਦੇ ਨਹੁੰ ਤੱਕ। ਕਹੋ ਸਤਨਾਮ। ਸਭ ਜਾਣਦੇ ਹਾਂ ਆਪਾਂ। ਇਸ ਕਰਕੇ ਇਹਦੇ ਸਾਖੀ ਹਾਂ, ਭਾਵ ਸਾਨੂੰ ਪਤਾ ਹੈ ਸਾਡੇ ਅੰਦਰ ਕੀ ਕੁਝ ਹੋ ਰਿਹਾ। ਅਸੀਂ ਸੂਖਮ ਨੂੰ ਵੀ ਜਾਣਦੇ ਹਾਂ, ਸੁਖ ਨੂੰ ਵੀ ਜਾਣਦੇ ਹਾਂ। 3 ਸਰੀਰ ਤੇ ਮੈਂ ਨਿਆਰੋ, ਪਰ ਇਹਨਾਂ ਤੋਂ ਰਹਿਣਾ ਨਿਆਰੇ ਆ। ਜਿਵੇਂ ਭਾਈ ਭਿਖਾਰੀ, ਉਹ ਸਰੀਰ ਦੇ ਨਾਲ ਨਹੀਂ ਜੁੜਿਆ, ਕਿਉਂਕਿ ਸਰੀਰ ਦੇ ਨਾਲ ਹੀ ਬੱਚਾ ਜੁੜਿਆ ਹੋਇਆ। ਜੇ ਉਹ ਸਰੀਰ ਦੇ ਮੋਹ ਨਾਲ ਹੁੰਦਾ ਤੇ ਬੱਚੇ ਦੀ ਮੌਤ ਤੇ ਉਹ ਵੀ ਆਪਣੇ ਵਰਗੇ ਹਾਲ 'ਚ ਹੋ ਜਾਂਦਾ। ਪਰ ਭਾਈ ਭਿਖਾਰੀ ਨੂੰ ਪਹਿਲਾਂ ਪਤਾ ਲੱਗਿਆ ਕਿ ਮੇਰੇ ਪੁੱਤਰ ਦੀ ਜਿਸ ਦੀ ਸ਼ਾਦੀ ਹੈ, ਸ਼ਾਦੀ ਤੋਂ ਬਾਅਦ ਇਹਨੇ ਮਰ ਵੀ ਜਾਣਾ ਹੈ, ਤੇ ਉਸ ਨੂੰ ਇਸ ਗੱਲ ਦਾ ਪਤਾ ਸੀ। ਪਰ ਉਹ ਸਰੀਰਾਂ ਦੇ ਮੋਹ ਨਾਲੋਂ ਟੁੱਟ ਚੁੱਕਿਆ ਸੀਗਾ। ਜਾਣਦਾ ਵੀ ਸਭ ਸੀ, ਪਰ ਉਹਨੇ ਆਪਣੇ ਆਪ ਨੂੰ ਇਹ ਤੋਂ ਕੱਟ ਆਫ ਕਰ ਲਿਆ, ਪਾਸੇ ਕਰ ਲਿਆ। ਸੋਚਾਂ ਸਾਰੀਆਂ ਖੁੱਲ੍ਹੀਆਂ ਪਈਆਂ। ਜੇ ਮੇਨ ਸੁੱਚ ਬੰਦ ਕਰ ਦਈਏ ਸਾਰੀਆਂ ਆਪੋ ਹੀ ਕੱਟੀਆਂ ਜਾਣਗੀਆਂ। ਇਸੇ ਤਰ੍ਹਾਂ ਜਿਹਨੇ ਆਪਣੇ ਆਪ ਨਾਲੋਂ ਆਪਣੇ ਆਪੇ ਨੂੰ ਕੱਟ ਲਿਆ, ਮੇਰੀ ਮੈਂ ਨਾਲੋਂ ਕੱਟ ਲਿਆ, ਉਹਦੇ ਨਾਲ ਦੁਨੀਆ ਸਾਰੀ ਕੱਟੀ ਗਈ, ਆਟੋਮੈਟਿਕ ਹੀ ਕੱਟੀ ਗਈ। ਇਕੱਲੇ ਨੂੰ ਕੱਟਦੇ ਫਿਰੀਏ, ਆਪਣੇ ਆਪੇ ਨਾਲੋਂ ਕੱਟ ਲਈਏ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਇਸ ਕਰਕੇ ਸਿੱਖੋ, ਇਹ ਗੱਲ ਯਾਦ ਰੱਖਣੀ ਹੈ ਕਿ ਮੈਂ ਤਿੰਨਾਂ ਸਰੀਰਾਂ ਦਾ ਸਾਖੀ ਹਾਂ। ਮੈਂ ਅਸਥੂਲਤਾ ਨੂੰ ਵੀ ਜਾਣਨ ਵਾਲਾ ਹਾਂ, ਸੂਖਮ ਨੂੰ ਵੀ ਤੇ ਕਾਰਨ ਨੂੰ ਵੀ। ਕਾਰਨ ਸਰੀਰ ਦੇ ਵਿੱਚ ਸਾਰੇ ਬੀਜ ਪਏ ਨੇ।
ਸੰਸਕਾਰ। ਤੇ ਉਹਨਾਂ ਬੀਜਾਂ ਦੀ ਗੱਲ ਪ੍ਰੀਤਮ ਬਾਣੀ 'ਚ ਕਹਿੰਦੇ ਨੇ, ਪੂਰਬ ਕਰਮ ਅੰਕਰ ਜਾ ਪ੍ਰਗਟੇ। ਜਦੋਂ ਬੀਜ ਉਗਣ ਤੇ ਫਲ ਫੇਰ ਹੀ ਦਿਓ ਨਾ, ਤੇ ਜੇ ਬੀਜ ਬੁਖਾਰੀ 'ਚ ਪਿਆ ਫਿਰ ਕਿਵੇਂ ਫਲ ਦੇਣਗੇ? ਕਹੋ ਸਤਨਾਮ। ਉਹਨਾਂ ਨੂੰ ਧਰਤੀ ਚਾਹੀਦੀ ਆ, ਮੌਸਮ ਚਾਹੀਦਾ, ਮਾਹੌਲ ਚਾਹੀਦਾ, ਧੁੱਪ ਚਾਹੀਦੀ ਆ, ਪਾਣੀ ਚਾਹੀਦਾ, ਹਵਾ ਚਾਹੀਦੀ ਆ, ਫੇਰ ਹੀ ਉੱਗਰ ਕੇ ਫਲ ਦੇਣਗੇ ਨਾ। ਇਸੇ ਤਰ੍ਹਾਂ ਹੀ ਜਿਹੜੇ ਉਹ ਸੰਸਕਾਰ ਰੂਪੀ ਬੀਜ ਸਾਡੇ ਤੀਜੇ ਸਰੀਰ 'ਚ ਪਏ ਆ ਨਾ, ਉਹ ਸਮਾਂ ਪਾਉਣ 'ਤੇ ਫੁੱਟਦੇ ਆ, ਉੱਗਰਦੇ ਆ। ਜਦੋਂ ਕਾਰਨ ਸਰੀਰ 'ਚੋਂ ਉਹ ਬੀਜ ਉੱਗਰਦੇ ਆ ਕਰਮਾਂ ਦੇ, ਤੇ ਕਹਿੰਦੇ ਜੇ ਕਿਸੇ ਦੇ ਅੰਦਰ ਉਹ ਬੀਜ ਉਗਰਿਆ ਆ ਜਿਹਨੇ ਬ੍ਰਹਮ ਗਿਆਨੀ ਨਾਲ ਮਿਲਾਤਾ, ਕੋਈ ਸਤਨਾਮ। ਪੂਰਬ ਕਰਮ ਅੰਕਰ ਜਾ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਜਨਮ ਜਨਮ ਕੀ ਸੋਈ ਜਾਗੀ। ਕਈ ਜਨਮਾਂ ਦੀ ਸੁੱਤੀ ਆਤਮਾ ਉਹਨਾਂ ਦੀ ਜਾਗ ਪੈਣੀ ਆ, ਪਤਾ ਨਹੀਂ ਉਹ ਬੀਜ ਕਦੋਂ ਨਿਕਲਣਾ। ਜਿਵੇਂ ਲਾਟਰੀ ਨਿਕਲਦੀ ਆ ਇੱਦਾਂ ਹੀ ਸਹੀ ਪਿਆਰਿਆ, ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ। ਚੰਗੇ ਕਰਮ ਸਾਡੇ ਬਣਨੇ ਸ਼ੁਰੂ ਹੋ ਜਾਂਦੇ ਆ ਜਦੋਂ, ਤੇ ਫਿਰ ਸਾਡੇ ਅੰਦਰੋਂ ਉਹ ਬੀਜ ਜਦ ਫੁੱਟਦੇ ਆ, ਫਿਰ ਸਾਨੂੰ ਉਹ ਗੁਰੂ ਵੱਲ ਲੈ ਕੇ ਜਾਂਦੇ ਆ। ਤਾਂ ਤੇ ਸਿੱਖਾ, ਤਿੰਨਾਂ ਸਰੀਰਾਂ ਦਾ ਤੂੰ ਸਾਖੀ ਹੈ, ਇਸ ਗੱਲ ਨੂੰ ਯਾਦ ਰੱਖੀ, ਪਰ ਤੂੰ ਤਿੰਨਾਂ ਤੋਂ ਨਿਆਰਾ ਰਹਿਣਾ ਹੈ। ਨਿਤਾ ਸਤ ਹੈ ਗਿਆਨ ਸਰੂਪਾ, ਇੱਕ ਰਸ ਅਚਲ ਆਨੰਦ ਅਨੂਪਾ। ਇਹ ਯਾਦ ਰੱਖਣਾ ਕਿ ਮੇਰਾ ਇਹਨਾਂ ਤਿੰਨਾਂ ਸਰੀਰਾਂ ਦੇ ਨਾਲ ਕੋਈ ਸੰਬੰਧ ਨਹੀਂ ਹੈ ਖਾਸ। ਹਾਂ, ਐਤਕੀ ਸਮਾਂ ਮਿਲਿਆ, ਪਰਮੇਸ਼ਰ ਨੇ ਮੈਨੂੰ ਇਹ ਬਾਡੀ ਦਿੱਤੀ ਆ, ਪਰ ਇਹ ਬਾਡੀ 'ਚ ਵੀ ਮੈਂ ਰਹਿਣਾ ਨਹੀਂ। ਕਬੀਰ ਸਾਹਿਬ ਜੀ ਕਹਿੰਦੇ, ਐਸੇ ਘਰ ਹਮ ਬਹੁਤ ਵਸਾਏ। ਇਹੋ ਜਿਹੇ ਘਰ ਕਹਿੰਦੇ ਮੈਂ ਬਹੁਤ ਵਸਾਏ। ਜਬ ਹਮ ਰਾਮ ਗਰਭ ਹੋਏ ਆਏ, ਹੁਣ ਮੈਨੂੰ ਪਤਾ ਲੱਗਿਆ ਕਿ ਮੈਂ ਕਿੰਨੇ ਸਰੀਰਾਂ ਵਿੱਚੋਂ ਦੀ ਲੰਘ ਕੇ ਆਇਆ। ਹੁਣ ਜਦੋਂ ਮੈਂ ਰੱਬ ਦੇ ਘਰੇ ਪੈਦਾ ਹੋਇਆ, ਰਾਮ ਗਰਭ ਹੋਇਆ ਏ, ਰਾਮ ਦੇ ਘਰੇ ਜੰਮਿਆ। ਜਦੋਂ ਤੁਸੀਂ ਵੀ ਜੰਮੇ ਹੋ, ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਉਹ ਗੁਰੂ ਗੋਬਿੰਦ ਸਿੰਘ ਦੇ ਘਰੇ ਜੰਮੇ ਆ। ਕਹੋ ਸਤਨਾਮ। ਗੁਰ ਘਰ ਜਨਮੇ ਗਵਨ ਮਿਟਾਇਆ। ਜਿਹੜੇ ਗੁਰੂ ਦੇ ਘਰ ਵੀ ਜਨਮ ਲੈਂਦੇ ਆ, ਇੱਕ ਜਨਮ ਸਾਡਾ ਮਾਂ ਪਿਓ ਰਾਹੀਂ ਹੋਇਆ, ਉਹ ਸਾਡਾ ਬਿੰਦੀ ਜਨਮ ਸੀਗਾ, ਤੇ ਇੱਕ ਸਾਡਾ ਗੁਰੂ ਦੇ ਘਰੇ ਜਨਮ ਹੋਇਆ, ਉਹ ਸਾਡਾ ਨਾਦੀ ਜਨਮ ਹੈ, ਸ਼ਬਦੀ ਜਨਮ ਹੈ। ਇਸ ਤਰ੍ਹਾਂ ਗੁਰ ਘਰ ਜਨਮੇ ਗਵਨ ਮਿਟਾਇਆ, ਅਣਹਦ ਰਾਤੇ ਇਹ ਮਨ ਲਾਇਆ। ਜਦੋਂ ਅਸੀਂ ਆਪਣੇ ਮਨ ਨੂੰ ਅਣਹਦ ਸ਼ਬਦ ਨਾਲ ਜੋੜ ਲਿਆ ਗੁਰੂ ਬਣ ਕੇ, ਤਾਂ ਸਾਡਾ ਇਹ ਦੂਸਰਾ ਜਨਮ ਹੋਇਆ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ, ਇਸ ਗੱਲ ਨੂੰ ਯਾਦ ਰੱਖਣਾ ਹੈ ਕਿ ਇਹ ਸਰੀਰ ਜਿਹੜਾ ਤੈਨੂੰ ਮਿਲਿਆ, ਰਹਿਣਾ ਇਹ ਵੀ ਤੇਰੇ ਕੋਲ ਨਹੀਂ, ਕੁਝ ਸਮੇਂ ਲਈ ਤੈਨੂੰ ਇਹ ਦਿੱਤਾ ਗਿਆ ਹੈ, ਪਰ ਇਹਦੇ ਨਾਲ ਮੋਹ ਨਾ ਪਾ ਲਈ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਲ ਬਿਰਖ ਜੋਇਓ। ਮਿਲ ਜਗਦੀਸ਼ ਮਿਲਣ ਕੀ ਬਰੀਆ। ਇਹ ਸਰੀਰ ਪਰਮੇਸ਼ਰ ਨਾਲ ਮਿਲਣ ਵਾਸਤੇ ਮਿਲਿਆ, ਪੱਕਾ ਨਹੀਂ ਹੈ। ਚਿਰੰਕਾਲ ਇਹ ਦੇਹ ਸੰਜਰੀਆ, ਬੜੇ ਲੰਮੇ ਸਮੇਂ ਬਾਅਦ ਤੈਨੂੰ ਇੱਕ ਪਰਮੇਸ਼ਰ ਨੇ ਚਾਂਸ ਦਿੱਤਾ। ਗੋਡ ਗਿਫਟ ਹੈ ਮਨੁੱਖਾ ਜੀਵਨ ਸਾਡਾ, ਇੱਕ ਚਾਂਸ ਮਿਲਿਆ ਸਾਨੂੰ। ਜੇ ਚਾਂਸ ਸਾਂਭ ਲਿਆ ਤੇ ਵਾਹ ਭਲੀ, ਨਹੀਂ ਤਾਂ ਫਿਰ ਕਹਿਣਾ ਪਊ ਕਰਮੀ ਆਪੋ ਆਪਣੀ, ਕੇ ਨੇੜਾ ਕੇ ਦੂਰ। ਕਹੋ ਸਤਿਨਾਮ। ਫਿਰ ਤਾਂ ਇਹੀ ਕਹਿਣਾ ਪਊ ਨਾ। ਤੇ ਜੇ ਅਸੀਂ ਗੁਰੂ ਵਾਲੇ ਬਣ ਗਏ ਤੇ ਅਸੀਂ ਚਾਂਸ ਦਾ ਲਾਹਾ ਖੱਟ ਗਏ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ। ਮੇਰੇ ਪ੍ਰੀਤਮ ਜੀ ਕਹਿੰਦੇ, ਤਾਂ ਤੇ ਇਸ ਗਿਆਨ ਨੂੰ ਨਿਤਾ ਸਤ ਹੈ ਗਿਆਨ ਸਰੂਪਾ, ਇੱਕ ਰਸ ਅਚਲ ਆਨੰਦ ਅਨੂਪਾ। ਤੋ ਇਸ ਗਿਆਨ ਦੇ ਵਿੱਚ ਇੱਕ ਰਸ ਰਹਿਣਾ ਹਮੇਸ਼ਾ। ਇਸ ਗੱਲ ਨੂੰ ਭੁੱਲਣਾ ਨਹੀਂ ਕਿ ਤੁਸੀਂ ਸਰੀਰ ਨਹੀਂ ਹੋ। ਇਹ ਗੱਲ ਯਾਦ ਰੱਖੋ ਹਮੇਸ਼ਾ ਕਿ ਮੈਂ ਸਰੀਰ ਨਹੀਂ ਹਾਂ, ਮੈਂ ਸਰੀਰ ਦਾ ਮਾਲਕ ਹਾਂ। ਮੈਂ ਇਹ ਸਾਰੇ ਕੰਨਾਂ ਨੂੰ, ਅੱਖਾਂ ਨੂੰ, ਜੇਬਾਂ ਨੂੰ, ਹੱਥਾਂ ਪੈਰਾਂ ਨੂੰ ਵਰਤਣ ਵਾਲਾ ਹਾਂ। ਇਹ ਮੇਰਾ ਇੱਕ ਰੱਥ ਹੈ। ਇਸ ਰੱਥ ਨੂੰ 5 ਕਰਮ ਇੰਦਰੇ, 5 ਗਿਆਨ ਇੰਦਰੇ, 10 ਘੋੜੇ ਲੱਗੇ ਆ। ਮੈਂ ਇਸ ਰੱਥ ਦੇ ਉੱਤੇ ਬੈਠਾ ਹਾਂ ਤੇ ਮੇਰੇ ਇਸ ਰੱਥ ਨੂੰ ਕ੍ਰਿਸ਼ਨ ਚਲਾ ਰਿਹਾ ਹੈ। ਕਹੋ ਸਤਿਨਾਮ। ਹੁਣ ਇੱਥੇ ਕਹੋਗੇ ਵੀ ਕ੍ਰਿਸ਼ਨ ਇੰਨਿਆਂ ਨਾਲ ਕਿਵੇਂ ਹੋ ਗਿਆ? ਜਿਹੜਾ ਤੁਹਾਡਾ ਸਵਾਸ ਹੈ ਇਹ ਕ੍ਰਿਸ਼ਨ ਹੈ। ਕਹੋ ਸਤਿਨਾਮ। ਬਾਣੀ ਦਾ ਬਚਨ ਹੈ ਗੁਰੂ ਨਾਨਕ ਪਾਤਸ਼ਾਹ ਜੀ ਦਾ, ਇਹ ਕ੍ਰਿਸ਼ਨ ਸਰਬ ਦੇਵਾ, ਦੇਵ ਦੇਵਾ ਤਹਿ ਆਤਮਾ, ਆਤਮਕ ਸ੍ਰੀ ਵਾਸਵ ਦੇਵਸ। ਜੇ ਕੋ ਜਾਣੈ ਭਿਓ, ਨਾਨਕ ਤਾਂ ਕਾ ਦਾਸ ਹੈ, ਸੋਈ ਨਿਰੰਜਨ ਦਿਓ। ਤਾਂ ਉਹ ਕ੍ਰਿਸ਼ਨ ਸੂਖਮ ਹੋ ਕੇ ਤੁਹਾਡੇ ਸਵਾਸਾਂ 'ਚ ਵੀ ਰਮਿਆ ਹੋਇਆ। ਬਿੰਦਰਾਵਨ ਮਥੁਰਾ ਜਾ ਕੇ ਪੁੱਛ ਲਓ, ਜਿੰਨੀਆਂ ਉੱਥੋਂ ਦੀਆਂ ਗੋਪੀਆਂ ਗੋਪੇ ਭਾਵ ਜਿੰਨੀ ਕ੍ਰਿਸ਼ਨ ਦੀ ਸੰਗਤ ਹੈ,
ਤੜਕੇ ਸਾਰੇ ਹੀ ਉੱਠ ਕੇ ਕਹਿੰਦੇ ਆ ਰਾਤ ਕ੍ਰਿਸ਼ਨ ਸਾਡੇ ਘਰੇ ਸੀ, ਦੂਜਾ ਕਹਿੰਦਾ ਨਹੀਂ ਸਾਡੇ ਘਰੇ ਸੀ, ਤੀਜਾ ਕਹਿੰਦਾ ਸਾਡੇ ਘਰੇ ਸੀਗਾ, ਵੀ ਕ੍ਰਿਸ਼ਨ ਤਾਂ ਇੱਕ ਇੰਨੇ ਥਾਵਾਂ ਤੇ ਕਿਵੇਂ ਹੋ ਗਿਆ। ਕੋਈ ਸਤਨਾਮ। ਭਾਵ ਵੀ ਉਹ ਸੂਖਮ ਦੀ ਗੱਲ ਹੈ, ਅਸਲ ਦੇ ਵਿੱਚ ਅਸਥੂਲ ਦੀ ਗੱਲ ਨਹੀਂ, ਉਹ ਸੂਖਮ ਦੀ ਸਰੀਰ ਦੀ ਗੱਲ ਹੈ। ਜਿਸ ਤਰ੍ਹਾਂ ਭਗਤ ਰਵਿਦਾਸ ਜੀ ਦੀ ਗੱਲ ਕਰੀਏ ਇਸੇ ਗੱਲ ਨਾਲ ਮਿਲਦੀ ਜੁਲਦੀ, ਕਿਉਂ ਗੱਲ ਤਾਂ ਇਹ ਭਜਨ ਬੰਦਗੀ ਵਾਲਿਆਂ ਦੀ ਹੈ ਨਾ, ਕੇਵਲ ਅਵਤਾਰਾਂ ਦੀ ਨਹੀਂ। ਜਿਹਨੇ ਭਜਨ ਕੀਤਾ ਉਹਨਾਂ ਨਾਲ ਵੀ ਘਟਨਾ ਘਟੀ ਹੈ ਇਹ। ਝਾਲਾਂ ਬਾਈ ਮਾਰਵਾੜ ਦੀ ਰਾਣੀ, ਮੀਰਾਂ ਬਾਈ ਮਾਰਵਾੜ ਦੀ ਰਾਣੀ, ਇਹ ਰਾਣੀਆਂ ਰਾਜੇ ਜਿਹੜੇ ਸਨ ਭਗਤ ਰਵਿਦਾਸ ਜੀ ਨੂੰ ਆਪਣਾ ਗੁਰੂ ਮੰਨਣ ਲੱਗ ਪਏ ਸੀ, ਕਿਉਂਕਿ ਉਹਨਾਂ ਨੇ ਗਿਆਨ ਕਰਾਇਆ ਸੀ ਉਹਨਾਂ ਨੂੰ। ਕੋ ਸਤਨਾਮ। ਭਾਵੇਂ ਕਿ ਉਸ ਮੌਕੇ ਦੇ ਬ੍ਰਾਹਮਣ ਲੱਗਦੇ ਸਨ ਭਗਤਾਂ ਨਾਲ ਵੀ ਤੁਸੀਂ ਸ਼ੂਦਰ ਹੋ, ਤੁਸੀਂ ਗੁਰੂ ਨਹੀਂ ਬਣ ਸਕਦੇ, ਇਹ ਗੁਰੂ ਬਣਨਾ ਤਾਂ ਸਾਡਾ ਰੁਤਬਾ ਹੈ, ਸਾਡੇ ਬ੍ਰਾਹਮਣਾਂ ਦੀ ਰਾਖਵੀਂ ਗੱਲ ਹੈ, ਤਾਂ ਸਾਡਾ ਰਾਖਵਾਂ ਹੱਕ ਹੈ, ਅਸੀਂ ਹੀ ਗਿਆਨ ਦੇ ਸਕਦੇ ਹਾਂ। ਇੱਕ ਸ਼ੂਦਰ ਰਵਿਦਾਸੀਆ ਜੁਲਾਹਾ ਕਬੀਰ ਕਿਵੇਂ ਗਿਆਨ ਦੇ ਸਕਦਾ? ਬੜੇ ਲੜਦੇ ਸੀਗੇ, ਰਾਜਿਆਂ ਕੋਲੇ ਸ਼ਿਕਾਇਤਾਂ ਵੀ ਕਰਨੀਆਂ ਇਹਨਾਂ ਦੇ ਖਿਲਾਫ। ਉਹ ਝਾਲਾਂ ਬਾਈ ਮੀਰਾਂ ਬਾਈ ਇਹ ਰਾਣੀ ਰਾਜੇ ਜਿਹੜੇ ਸਨ ਇਹ ਭਗਤ ਰਵਿਦਾਸ ਜੀ ਦੇ ਸੇਵਕ ਸੀ। ਇੱਕ ਦਿਨ ਕਹਿੰਦੇ ਝਾਲਾਂ ਬਾਈ ਨੇ ਇੱਕ ਜਪ ਕੀਤਾ ਵੱਡਾ, ਇਸੇ ਖੁਸ਼ੀ 'ਚ ਕਿ ਮੇਰੇ ਗੁਰੂ ਨੇ ਮੈਨੂੰ ਗਿਆਨ ਦਿੱਤਾ ਹੈ ਤੇ ਮੈਂ ਸੰਗਤ ਦੀ ਸੇਵਾ ਕਰਾਂ। ਇਸ ਕਰਕੇ ਉਸ ਨੇ ਉਹ ਜੱਗ ਦੇ ਵਿੱਚ ਜਿੱਥੇ ਬਹੁਤ ਸਾਰੇ ਆਪਣੇ ਇਲਾਕੇ ਦੇ ਬ੍ਰਾਹਮਣਾਂ ਨੂੰ ਸੱਦਿਆ, ਉੱਥੇ ਸਭ ਤੋਂ ਪਹਿਲਾਂ ਆਪਣੇ ਗੁਰੂ ਨੂੰ ਵੀ ਇਨਵਾਈਟ ਕੀਤਾ, ਰਵਿਦਾਸ ਭਗਤ ਜੀ ਨੂੰ ਵੀ ਬੁਲਾਇਆ ਤੇ ਭਗਤ ਰਵਿਦਾਸ ਜੀ ਵੀ ਪਹੁੰਚੇ। ਕੋ ਸਤਨਾਮ ਸੀ, ਜਾਣਾ ਚਾਹੀਦਾ ਸੀਗਾ। ਬੜੇ ਪਿਆਰ ਦੇ ਨਾਲ ਪੰਗਤਾਂ ਲੱਗੀਆਂ, ਪੰਗਤਾਂ ਦੇ ਵਿੱਚ ਬ੍ਰਾਹਮਣਾਂ ਦੀਆਂ ਲੈਣਾ ਲੱਗੀਆਂ, ਸਭ ਦੀਆਂ ਲੱਗੀਆਂ। ਭਗਤ ਰਵਿਦਾਸ ਜੀ ਵਿੱਚ ਆ ਕੇ ਬੈਠ ਗਏ ਤੇ ਜਿਹੜੇ ਉਹ ਹੰਕਾਰੀ ਬ੍ਰਾਹਮਣ ਸੀ ਉਹਨਾਂ ਰੌਲਾ ਪਾਤਾ, ਅਸੀਂ ਨਹੀਂ ਲੰਗਰ ਛਕਣਾਗਾ। ਉਹ ਰਾਜਾ ਰਾਣੀ ਕਹਿਣ ਲੱਗੀ ਗੱਲ ਕੀ ਹੋ ਗਈ? ਕਹਿੰਦੇ ਸਾਡੇ ਵਿੱਚ ਇਹ ਰਵਿਦਾਸੀਆ ਕਿਉਂ ਬਿਠਾਇਆ, ਇਹਨੂੰ ਚਮਿਆਰ ਨੂੰ ਉਠਾਓ ਇੱਥੋਂ, ਫਿਰ ਅਸੀਂ ਲੰਗਰ ਛਕਾਂਗੇ, ਨਹੀਂ ਤਾਂ ਘਰੇ ਚੱਲੇ ਆ ਸਰਾਪ ਦੇ ਕੇ। ਸਰਾਪ ਬੜਾ ਵੱਡਾ ਹਥਿਆਰ ਬਣਾਇਆ ਸੀ ਇਹਨਾਂ ਲੋਕਾਂ ਨੇ। ਕੋਈ ਸਤਨਾਮ। ਗੁਰੂ ਸਾਹਿਬ ਨੇ ਇਹਨਾਂ ਸਰਾਪਾਂ ਤੋਂ ਸਾਨੂੰ ਅਲੱਗ ਕਰਤਾ, ਕਹਿੰਦੇ ਕੋਈ ਸਰਾਪ ਸਰੂਪ ਨਹੀਂ ਹੁੰਦੇਗੇ, ਬਾਣੀ ਨਾਲ ਜੁੜੇ ਰਹੋ। ਕਹਿੰਦੇ ਅਸੀਂ ਸਰਾਪ ਦਿੰਦੇ ਆ ਹੁਣੇ, ਨਹੀਂ ਤਾਂ ਰਵਿਦਾਸ ਨੂੰ ਉਠਾਓ ਬਚਾ ਲਿਓ ਸਾਡੇ। ਕੋਈ ਸਤਨਾਮ। ਝਾਲਾਂ ਬਾਈ ਮੀਰਾਂ ਬਾਈ ਜੋ ਵੀ ਰਾਣੀ ਰਾਜਾ ਸੀ ਉਹ ਕਹਿਣ ਲੱਗੇ ਮੈਂ ਫਿਰ ਕੀ ਹੋ ਗਿਆ, ਤੁਸੀਂ ਆਪ ਦਾ ਪ੍ਰਸ਼ਾਦਾ ਛਕਣਾ, ਇਹਨਾਂ ਨੇ ਆਪ ਦਾ ਛਕਣਾ। ਜਦੋਂ ਬਾਹਲਾ ਹੀ ਰੌਲਾ ਵਧਣ ਲੱਗਿਆ ਤੇ ਭਗਤ ਜੀ ਕਹਿੰਦੇ ਰਾਣੀ ਕੋਈ ਗੱਲ ਨਹੀਂ, ਮੈਂ ਅੰਦਰ ਬਹਿ ਜਾਣਾ, ਬਾਅਦ ਛਕ ਲਾਂਗੇ ਆਪਾਂ, ਤੁਸੀਂ ਇਹਨਾਂ ਨੂੰ ਛਕਾਓ ਪਹਿਲਾਂ। ਕਹੋ ਸਤਨਾਮ। ਭਗਤ ਜੀ ਅੰਦਰ ਜਾ ਕੇ ਬੈਠ ਗਏ ਤੇ ਬ੍ਰਾਹਮਣਾਂ ਨੂੰ ਪਰੋਸ ਦਿੱਤਾ ਪ੍ਰਸ਼ਾਦਾ। ਹੁਣ ਜਦੋਂ ਬ੍ਰਾਹਮਣ ਪ੍ਰਸ਼ਾਦਾ ਛਕਣ ਲੱਗੇ ਤੇ ਉਹ ਹੈਰਾਨ ਹੋਏ ਬਈ ਜਦੋਂ ਬ੍ਰਾਹਮਣ ਬੁਰਕੀ ਲਾਉਂਦਾ ਰੋਟੀ ਚੋਂ ਤੇ ਨਾਲ ਹੀ ਇੱਕ ਰਵਿਦਾਸ ਬੈਠਾ ਬੁਰਕੀ ਲਾਈ ਜਾਂਦਾ। ਪਹਿਲਾ ਬ੍ਰਾਹਮਣ ਕਹਿੰਦਾ ਮੇਰੇ ਨਾਲ ਬੈਠਾ, ਦੂਜਾ ਕਹਿੰਦਾ ਮੇਰੇ ਨਾਲ ਬੈਠਾ, ਤੀਜਾ ਕਹਿੰਦਾ ਮੇਰੇ ਨਾਲ ਬੈਠਾ। ਸਾਰੀ ਜਿੰਨੀ ਬ੍ਰਾਹਮਣਾਂ ਦੀ ਲਾਈਨ ਸੀ ਨਾ, ਸਾਰੇ ਕਹਿੰਦੇ ਯਾਰ ਰਵਿਦਾਸ ਸਾਡੇ ਨਾਲ ਬੁਰਕੀ ਲਾਈ ਜਾਂਦਾ। ਉਹ ਝਾਲਾਂ ਬਾਈ ਕਹਿੰਦੇ ਤੁਸੀਂ ਪਾਗਲ ਹੋਏ ਹੋ, ਜਿਹੜਾ ਰਵਿਦਾਸ ਹੈ ਉਹ ਅੰਦਰ ਬੈਠਾ ਹੈ, ਤੁਹਾਡੀ ਆਤਮਾ ਵੀ ਰਵਿਦਾਸ ਦੀ ਹੈ, ਰਵਿਦਾਸ ਦੀ ਆਤਮਾ ਵੀ ਤੁਹਾਡੀ ਆਤਮਾ ਹੈ, ਤੁਹਾਨੂੰ ਇਹ ਗਿਆਨ ਦੇ ਰਹੀ ਹੈ ਉਹ ਆਤਮਾ, ਤੁਸੀਂ ਉਹਨਾਂ ਨਾਲ ਹੰਕਾਰ ਕਰਕੇ ਤੁਸੀਂ ਈਰਖਾ ਕਰਦੇ ਹੋ। ਕਹਿੰਦੇ ਮਾਈ ਤੋਂ ਉਹਨੂੰ ਇੱਥੇ ਵਿੱਚੇ ਲਿਆ ਕੇ ਬਿਠਾ, ਉਹਨੂੰ ਪ੍ਰਸ਼ਾਦਾ ਪਾ ਦੇ, ਸਾਡੀ ਬੁਰਕੀ 'ਚੋਂ ਬੁਰਕੀ ਨਾ ਲਾਵੇ, ਪਾਵੋ ਉਹਨਾਂ ਨੂੰ ਆਪਦੀ ਆਤਮਾ 'ਚੋਂ ਹੀ ਰਵਿਦਾਸ ਦਿਖਾਈ ਦੇਣ ਲੱਗਿਆ। ਕਹੋ ਸਤਨਾਮ। ਇਸ ਕਰਕੇ ਜਦੋਂ ਸਾਨੂੰ ਇਹ ਗਿਆਨ ਹੋ ਗਿਆ ਫਿਰ ਹਰ ਥਾਂ 'ਤੇ ਉਹ ਆਤਮਾ ਦਿਖਾਈ ਦੇਵੇਗੀ। ਇਸ ਗੱਲ ਨੂੰ ਯਾਦ ਰੱਖੋ, ਨਿਤ ਸ਼ੁੱਧ ਹੋਏ ਗਿਆਨ ਸਰੂਪ ਇੱਕ ਰਸ ਅਚਲ ਆਨੰਦ ਅਨੂਪ, ਇੱਕ ਰਸ ਹੋ ਕੇ ਇਹਦੇ ਨਾਲ ਜੁੜਿਆ ਕਰੋ ਜੀ। ਐਸਾ ਬਹਿਤਾ ਪ੍ਰੋਖ ਗਿਆਨ ਹੋਏ ਆਵੈ, ਤਨ ਅਭਿਮਾਨ ਖੀਨ ਹੋਏ ਜਾਵੈ। ਇਸ ਤਰ੍ਹਾਂ ਦੇ ਨਾਲ ਪਰੋਖ ਗਿਆਨ, ਪਰੋਖ ਜਿਹੜਾ ਹੈ ਸਾਡੀਆਂ ਅੱਖਾਂ ਤੋਂ ਓਹਲੇ, ਜਿੱਥੇ ਸਾਡੀਆਂ ਇਹਨਾਂ ਇੰਦਰੀਆਂ ਦੀ ਪਹੁੰਚ ਨਹੀਂ, ਨਾ ਅੱਖਾਂ ਦੀ, ਨਾ ਕੰਨਾਂ ਦੀ, ਨਾ ਹੱਥਾਂ ਦੀ, ਨਾ ਰਸਨਾਂ ਦੀ, ਉਹ ਪਰੋਖ ਗਿਆਨ ਜਿਹੜਾ ਸਾਡੀਆਂ ਅੱਖਾਂ ਤੋਂ ਪਰੇ ਹੈ, ਜਿਸ ਨੂੰ ਜਾਣਨਾ ਲੱਖਣਾ ਬੜਾ ਮੁਸ਼ਕਲ ਹੋਇਆ ਪਿਆ। ਗੁਰੂ ਕਿਰਪਾ ਕਰਕੇ ਤਾਂ ਲਿਖਾ ਦੇਵੇ। ਕਹਿੰਦੇ ਤੁਹਾਨੂੰ ਉਸ ਪਰੋਖ ਗਿਆਨ ਦਾ ਗਿਆਨ ਹੋਣਾ ਸ਼ੁਰੂ ਹੋ ਜਾਵੇਗਾ। ਹਰ ਜਬ ਮਨ ਨਾਲ ਦੇ ਆਸਨ ਦੁਆਰਾ, ਹੋਤ ਭਇਓ ਸਖਿਆਤ ਉਦਾਰਾ। ਤਾਨੀ ਅਭਿਮਾਨ ਖੀਨ ਹੋ ਜਾਏ, ਸਰੀਰ ਦਾ ਹੰਕਾਰ ਖਤਮ ਹੋ ਜਾਊਗਾ, ਤੁਹਾਡੇ ਅੰਦਰੋਂ ਗਿਆਨ ਪ੍ਰਗਟ ਹੋ ਜਾਊਗਾ। ਮੈਂ ਛੋਟੀ ਜਿਹੀ ਗੱਲ ਚੌਥੇ ਪਾਤਸ਼ਾਹ ਜੀ ਦੀ ਸਮਝਾਵਾਂ। ਜਿਸ ਵੇਲੇ ਬ੍ਰਾਹਮਣਾਂ ਨੇ ਗੁਰੂ ਪਿਆਰਿਓ ਗੁਰੂ ਘਰ ਦੇ ਉੱਤੇ ਕੇਸ ਕਰਤਾ ਬਈ ਗੁਰੂ ਅਮਰਦਾਸ ਹੈ ਜਿਹੜਾ ਗੁਰੂ ਨਾਨਕ ਦਾ ਤੀਜਾ ਗੁਰੂ, ਇਸ ਨੇ ਸਾਡੇ ਰੀਤੀ ਰਿਵਾਜ ਖਰਾਬ ਕਰਤੇ ਸਾਰੇ, ਉਹਨਾਂ ਨੂੰ ਕਿਹਾ ਜਾਵੇ। ਉਹ ਸਾਡੇ ਹਿੰਦੂ ਮਤ ਦੇ ਬਣੇ ਹੋਏ ਨਾ ਵੇਦ ਪੜ੍ਹਦੇ ਹੈ,
ਨਾ ਲੋਕਾਂ ਦੇ ਵਿੱਚ ਕੋਈ ਇਸ ਤਰ੍ਹਾਂ ਫਰਕ ਰੱਖਦੇ ਆ, ਸਾਰਿਆਂ ਨੂੰ ਇਕੱਠੇ ਬਿਠਾ ਕੇ ਲੰਗਰ ਛਕਾਉਂਦੇ ਆ। ਇੱਕ ਉਹਨਾਂ ਨੇ ਬੌਲੀ ਬਣਾਤੀ, ਕਹਿੰਦੇ ਇਕੱਠੇ ਨਹਾਇਆ ਕਰੋ, ਕੋਈ ਜਾਤ ਪਾਤ ਛੂਤ ਛਾਤ ਨਹੀਂ। ਇਸ ਤਰ੍ਹਾਂ ਤਾਂ ਕੰਮ ਖਰਾਬ ਹੋ ਗਿਆ, ਸਾਰੇ ਧਰਮ ਦੇ ਕਾਰਜ ਖਰਾਬ ਕਰਤੇ ਉਹਨਾਂ ਨੇ ਸਾਡੇ ਤੇ ਕੇਸ ਕਰਤਾ। ਕੋ ਸਤਨਾਮ ਸੀ। ਜਿਸ ਵੇਲੇ ਉਹਨਾਂ ਦੀ ਸੰਮਣ ਆਏ ਗੁਰੂ ਘਰ ਦੇ ਵਿੱਚ ਵੀ ਆ ਕੇ ਭਾਈ ਇਸ ਗੱਲ ਦੇ ਉੱਤੇ ਤਸੱਲੀ ਕਰਾਓ ਇਹਨਾਂ ਦੀ, ਤੁਹਾਡੇ ਤੇ ਇਹ ਗੱਲ ਕਰਦੇ ਇੱਦਾਂ। ਤੇ ਸਤਿਗੁਰੂ ਅਮਰਦਾਸ ਕਹਿਣ ਲੱਗੇ, ਪੁੱਤ ਜੇਠਿਆ ਤੂੰ ਜਾ। ਉਹ ਕਹਿੰਦੇ ਮਹਾਰਾਜ ਮੈਂ ਕੀ ਜਵਾਬ ਦੇਵਾਂਗਾ, ਮੈਂ ਤਾਂ ਉਹਨਾਂ ਦੇ ਗ੍ਰੰਥ ਕਦੇ ਪੜ੍ਹੇ ਵੀ ਨਹੀਂ, ਵੀ ਉਹਨਾਂ ਵਿੱਚ ਕੀ ਜਵਾਬ ਹੈ ਤੇ ਮੈਂ ਕੀ ਜਵਾਬ ਦੇਵਾਂ। ਕਹਿੰਦੇ ਫਿਕਰ ਨਾ ਕਰ, ਤੂੰ ਚਲਿਆ ਜਾ। ਤੇ ਜਦੋਂ ਗੱਲਬਾਤ ਸ਼ੁਰੂ ਹੋਈ ਰਾਜੇ ਦੇ ਦਰਬਾਰ 'ਚ, ਅਕਬਰ ਰਾਜੇ ਦੇ ਕੋਲ ਗਿਆ ਸੀ ਇਹ ਕੇਸ। ਜਦੋਂ ਦਰਬਾਰ 'ਚ ਗੱਲ ਸੁਣੀ, ਥੋੜ੍ਹਾ ਜਿਹਾ ਨਾ ਸੱਜੇ ਮੋਢੇ ਕੱਲ ਹੀ ਵੇਖ ਲਈ ਤੂੰ, ਸੱਜੇ ਮੋਢੇ ਕੱਲ ਮਾੜਾ ਜਿਹਾ ਝਾਕ ਲਈ, ਮੈਂ ਤੇਰੇ ਸੱਜੇ ਮੋਢੇ ਤੇ ਬੈਠਾ ਹੋਊਂਗਾ, ਜਵਾਬ ਤਾਂ ਮੈਂ ਦੇਣੇ ਆ, ਵਿੱਚ ਖੜ ਜਾ ਤੂੰ ਜਾ ਕੇ। ਕੋ ਸਤਨਾਮ। ਦੇਖੋ ਗੁਰੂ ਸਾਹਿਬ ਬੈਠੇ ਨੇ ਗੋਇੰਦਵਾਲ ਸਾਹਿਬ, ਰਾਮਦਾਸ ਜੀ ਨੂੰ ਉੱਥੇ ਭੇਜ ਦਿੱਤਾ। ਕੋ ਸਤਨਾਮ। ਜਦੋਂ ਇਹ ਜਾ ਕੇ ਖੜੇ, ਕਚਹਿਰੀ ਲੱਗੀ, ਉਹ ਪਾਰਟੀ ਆ ਗਈ ਸਾਰੀ ਬ੍ਰਾਹਮਣਾਂ ਦੀ। ਹਾਂ ਦੱਸੋ ਵੀ ਤੁਹਾਨੂੰ ਕੀ ਤਕਲੀਫ ਹੈ? ਕਹਿੰਦੇ ਤਕਲੀਫ ਇਹੀ ਹੈ ਬਈ ਸਾਡੇ ਵੇਦਾਂ ਦੀ ਬਾਣੀ ਪੜ੍ਹਨ, ਇਹ ਨਵੀਆਂ ਬਾਣੀਆਂ ਰਚਣੀਆਂ ਸ਼ੁਰੂ ਕਰਤੀਆਂ ਇਹਨਾਂ ਨੇ। ਇਹਨਾਂ ਦਾ ਮਕਸਦ ਸੀਗਾ ਵੀ ਇਹ ਗੁਰਬਾਣੀ ਦੀ ਰਚਨਾ ਬੰਦ ਹੋ ਜਾਵੇ, ਸਾਡੀਆਂ ਪੁਰਾਣੀਆਂ ਕਰਮਕਾਂਡ ਦੀਆਂ ਗੱਲਾਂ ਉਹ ਚੱਲਦੀਆਂ ਰਹਿਣ। ਪਰ ਗੁਰੂ ਸਾਹਿਬ ਨੇ ਸਾਨੂੰ ਸੱਚ ਦਾ ਗਿਆਨ ਦਿੱਤਾ ਗੁਰਬਾਣੀ ਦੇ ਵਿੱਚ। ਕਹੋ ਸਤਨਾਮ। ਤਾਂ ਗੁਰੂ ਪਿਆਰਿਓ ਕਹਿਣ ਲੱਗੇ ਹੋਰ, ਕਹਿੰਦੇ ਨਾ ਸਾਡੀ ਵੇਦਾਂ ਦੀ ਬਾਣੀ ਪੜ੍ਹਦੇ ਆ, ਨਾ ਕੁਝ ਹੋਰ। ਇਹ ਜਾਤ ਪਾਤ ਛੂਤ ਛਾਤ ਵੀ ਖੰਡਨ ਕਰਤਾ, ਖਤਮ ਕਰਤਾ ਇਹਨਾਂ ਲੋਕਾਂ ਨੇ। ਅਸਲ ਦੇ ਵਿੱਚ ਤਾਂ ਉੱਥੋਂ ਕੋਈ ਜਾਤ ਪਾਤ ਛੂਤ ਛਾਤ ਆਇਆ ਨਹੀਂ, ਇਹ ਤਾਂ ਇੱਥੇ ਬ੍ਰਾਹਮਣਾਂ ਨੇ ਬਣਾਇਆ ਆ ਕੇ। ਇਹ ਆਰੀਅਨ ਲੋਕ ਹਨ, ਇਹ ਆਰੀਅਨ ਦੇਸ਼ 'ਚੋਂ ਆਏ ਨੇ, ਇਹਨਾਂ ਨੂੰ ਆਰੀਅਨ ਕਿਹਾ ਜਾਂਦਾ ਹੈ। ਕਿਤੇ ਕਿਤੇ ਗੁਰੂ ਪਿਆਰਿਓ ਆ ਪਾਂਡਵਾਂ ਨੂੰ ਆਰੀਅਨ ਪੁੱਤਰ ਕਹਿ ਕੇ ਬੁਲਾਇਆ ਜਾਂਦਾ ਹੈ ਉਹਨਾਂ ਦੇ ਨਾਟਕਾਂ ਦੇ ਵਿੱਚ। ਕੋ ਸਤਨਾਮ। ਭਾਵੇਂ ਆਰੀਅਨ ਦੇਸ਼ਾਂ 'ਚੋਂ ਆਏ ਸੀਗੇ ਤੇ ਇੱਥੇ ਭਾਰਤ ਦੇ ਵਿੱਚ ਬਹੁਤ ਸਾਰੀ ਇਹ ਧਰਤੀ ਜਰਖੇਜ਼ ਸੀ, ਤਾਕਤ ਵਾਲੀ ਸੀ। ਇੱਥੇ ਬਹੁਤ ਸਾਰੀਆਂ ਜੜੀਆਂ ਬੂਟੀਆਂ, ਬਹੁਤ ਕੁਛ ਸੀਗਾ, ਤੇ ਉਹਨਾਂ ਨੇ ਆ ਕੇ ਇੱਥੇ ਕਬਜ਼ਾ ਕੀਤਾ ਹੋਇਆ। ਤੇ ਇੱਥੋਂ ਦੇ ਜਿਹੜੇ ਆਦੀਵਾਸੀ ਸੀ ਉਹਨਾਂ ਨੂੰ ਖਤਮ ਕਰਨਾ ਸ਼ੁਰੂ ਕੀਤਾ। ਹਜੇ ਵੀ ਬਹੁਤ ਸਾਰੇ ਆਦੀਵਾਸੀ ਵੱਸਦੇ ਆ ਜਿਨ੍ਹਾਂ ਨੂੰ ਖਤਮ ਕਰਨ ਦੀਆਂ ਯੋਜਨਾਵਾਂ ਬਣਾਉਂਦੇ ਰਹਿੰਦੇ ਆ, ਪਰ ਉਹ ਕਹਿੰਦੇ ਵੀ ਸਾਡੇ ਏਰੀਏ 'ਚ ਤੁਹਾਡਾ ਦਖਲ ਨਹੀਂ ਹੋ ਸਕਦਾ ਗਾ, ਅਸੀਂ ਆਪਣਾ ਜੀਵਨ ਆਪਣੀ ਮਰਜ਼ੀ ਨਾਲ ਜਿਉਵਾਂਗੇ। ਉਹਨਾਂ ਕੋਲ ਕੋਈ ਮੋਬਾਈਲ ਨਹੀਂ, ਕੋਈ ਹੋਰ ਚੀਜ਼ ਨਹੀਂ, ਕੋਈ ਸਹੂਲਤ ਨਹੀਂ, ਉਹ ਪੁਰਾਣੇ ਹਿਸਾਬ ਨਾਲ ਰਹਿ ਰਹੇ ਨੇ ਅੱਜ ਵੀ। ਤਾਂ ਹੁਣ ਕੀ ਹੋਇਆ, ਜਿਸ ਵੇਲੇ ਰਾਮਦਾਸ ਜੀ ਉੱਥੇ ਜਾ ਕੇ ਖੜੇ, ਉਹਨਾਂ ਨੂੰ ਪੁੱਛਿਆ ਵੀ ਦੱਸੋ ਵੀ ਕੀ ਹੁਕਮ ਹੈ। ਕਹਿਣ ਲੱਗੇ ਗੱਲ ਇਹ ਹੈ ਵੀ ਆਪਦੀ ਬਾਣੀ ਰਚਨੀ ਬੰਦ ਕਰਨ, ਸਾਡੇ ਵੇਦਾਂ ਨੂੰ ਪੜ੍ਹਨ, ਜਾਤ ਪਾਤ ਨੂੰ ਉਸੇ ਤਰ੍ਹਾਂ ਰੱਖਣ, ਚਾਰਾਂ ਵਰਨਾਂ ਦੇ ਵਿੱਚ ਦੋਨੇ ਅਲੱਗ-ਅਲੱਗ ਰੱਖਣ। ਕਹਿੰਦੇ ਵੀ ਤੁਹਾਡੀ ਤਸੱਲੀ ਕਿਵੇਂ ਹੋ ਸਕਦੀ ਹੈ ਵੀ ਇਹ ਤੁਹਾਡੇ ਵੇਦਾਂ ਨੂੰ ਪੜ੍ਹਦੇ ਨਹੀਂ। ਉਹ ਕਹਿਣ ਲੱਗੇ ਸਾਨੂੰ ਇਹ ਜਿਹੜਾ ਗਾਇਤਰੀ ਮੰਤਰ ਹੈ ਉਹੀ ਪੜ੍ਹ ਕੇ ਸੁਣਾ ਦੇਣ, ਮੰਨ ਜਾਗੇ ਵੀ ਹਾਂ ਪੜ੍ਹਦੇ ਆ। ਕਹਿਣ ਲੱਗੇ ਰਾਮਦਾਸ ਜੀ ਜੇਠਾ ਜੀ ਸੁਣਾਓ, ਜਾਣਦੇ ਹੋ? ਉਹਨਾਂ ਨੇ ਸੱਜੇ ਮੋਢੇ ਵੱਲ ਦੇਖਿਆ ਤੇ ਉਹਨਾਂ ਦੀ ਅੰਦਰੋਂ ਸਾਰੀ ਵੇਦਾਂ ਦੀ ਵਿਆਖਿਆ ਵੀ ਸੁਣਾ ਦਿੱਤੀ। ਕਹੋ ਸਤਨਾਮ। ਅਸੀਂ ਸਭ ਜਾਣਦੇ ਆ। ਅਖੀਰ ਉਹ ਬ੍ਰਾਹਮਣ ਹਾਰ ਗਏ ਤੇ ਜੇਠਾ ਜੀ ਜਿੱਤ ਗਏ। ਤੇ ਵਾਪਸ ਮੁੜਦੇ ਹੋਏ ਜਦੋਂ ਆ ਰਹੇ ਆ, ਮੈਂ ਗੱਲ ਕਰਦਾ ਹਾਂ ਬਈ ਕਿਸ ਤਰ੍ਹਾਂ ਆਤਮਾ ਨੇ ਅੰਦਰੋਂ ਪਰੋਖ ਗਿਆਨ, ਪਰੋਖ ਜਿਹੜਾ ਅੱਖਾਂ ਤੋਂ ਪਰੇ ਹੋ ਰਿਹਾ। ਗੁਰੂ ਅਮਰਦਾਸ ਜੀ ਬੈਠੇ ਆ ਗੋਇੰਦਵਾਲ ਸਾਹਿਬ, ਰਾਮਦਾਸ ਜੀ ਲਾਹੌਰ ਤੋਂ ਵਾਪਸ ਮੁੜੇ ਆ, ਮੰਡੀ ਵਿੱਚੋਂ ਲੰਘੇ। ਇੱਕ ਥਾਂ ਤੇ ਬੜਾ ਸੁੰਦਰ ਕੱਪੜਾ ਵਿਕ ਰਿਹਾ ਸੀਗਾ। ਖਿਆਲ ਆਇਆ ਵੀ ਯਾਰ ਕੱਪੜਾ ਬੜਾ ਸੋਹਣਾ ਹੈ, ਹਾਂ ਤਾਂ ਜੇ ਕਿਤੇ ਗੁਰੂ ਅਮਰਦਾਸ ਜੀ ਦਾ ਚੋਲਾ ਬਣਵਾ ਦਈਏ ਨਾ, ਬੜਾ ਸੋਹਣਾ ਲੱਗੇ। ਕੱਪੜਾ ਚੱਕ ਲਿਆ, ਉਹ ਕੱਪੜੇ ਨੂੰ ਇਦਾਂ ਕਰਕੇ ਦੇਖ ਰਹੇ ਆ ਤੇ ਗੁਰੂ ਅਮਰਦਾਸ ਜੀ ਇੱਧਰੋਂ ਆਪਣੀ ਬਾਂਹ ਨੂੰ ਇਦਾਂ ਕਰਕੇ, ਕਦੀ ਇਦਾਂ ਕਰਕੇ, ਕਦੇ ਚੋਲਾ ਇਦਾਂ ਕਰਕੇ ਦੇਖੀ ਜਾਂਦੇ ਆ। ਇੱਥੇ ਬੈਠੇ ਉਹ ਉੱਥੇ ਵੇਖੀ ਜਾਂਦੇ ਆ, ਇੱਥੇ ਵੇਖੀ ਜਾਂਦੇ ਆ। ਸੰਗਤਾਂ ਸੋਚਿਆ ਕੋਈ ਕੀੜਾ ਕੂੜਾ ਨੇ ਚੜ੍ਹ ਗਿਆ ਹੋਵੇ ਵਿੱਚ ਕੱਪੜੇ ਦੇ। ਉਸ ਨੂੰ ਛੱਡਤਾ, ਕੋਲ ਪੈਸੇ ਨਹੀਂ ਸੀ ਜੇਬ 'ਚ ਇੰਨੇ ਕਿ ਚੋਲਾ ਖਰੀਦ ਲਿਆਉਂਦੇ, ਪਰ ਉਹ ਇੱਕ ਫੁਰਨਾ ਬਣਿਆ ਸੀਗਾ, ਇੱਛਾ ਬਣੀ ਸੀ। ਇਹਨੂੰ ਕਹਿੰਦੇ ਆ ਟੈਲੀਪੈਥੀ। ਕੱਲ੍ਹ ਵੀ ਆਪਾਂ ਗੱਲ ਕੀਤੀ ਸੀਗੀ ਇਹ ਟੈਲੀਪੈਥੀ ਨਾਲ, ਕਿਉਂਕਿ ਦੋਨੇ ਰੂਹਾਂ ਜੁੜੀਆਂ ਹੋਈਆਂ ਆਪਸ ਵਿੱਚ। ਕਹੋ ਸਤਨਾਮ। ਤੇ ਜਦੋਂ ਉਹਨਾਂ ਨੇ ਉੱਥੇ ਸਲਾਹ ਕੀਤੀ, ਗੁਰੂ ਅਮਰਦਾਸ ਜੀ ਨੇ ਸੁਣ ਲਿਆ। ਆਉਂਦੇ ਆਉਂਦੇ ਇੱਕ ਅੰਬ ਖਰੀਦ ਲਿਆ, ਕਰੁੱਤੇ ਅੰਬ ਕਿਤੇ ਉਹਨਾਂ ਦਿਨਾਂ 'ਚ ਆਏ ਹੋਏ ਸੀ ਵੀ ਇੱਕ ਅੰਬ ਤਾਂ ਲੈ ਚੱਲੀਏ ਮਹਾਰਾਜ ਵਾਸਤੇ। ਤੇ ਉਦੋਂ ਲਿਫਾਫੇ ਥੋੜ੍ਹਾ ਸੀਗੇ, ਇੱਕ ਅੰਬ ਲਿਆ ਸੀ ਤੇ ਉਹ ਹੱਥ 'ਚ ਹੀ ਫੜ ਲਿਆ। ਕਹੋ ਸਤਨਾਮ। ਵੀ ਇਹ ਜਾ ਕੇ ਪਾਤਸ਼ਾਹ ਨੂੰ ਛਕਾਵਾਂਗੇ। ਤੁਰੇ ਆਉਂਦੇ ਆਉਂਦੇ ਹੁਣ ਲਾਹੌਰੋਂ ਤੁਰ ਕੇ ਅੰਮ੍ਰਿਤਸਰ ਆਉਣਾ ਸੀਗਾ, ਭਾਵੇਂ 2-4 ਘੰਟਿਆਂ ਦਾ ਰਸਤਾ ਸੀ, ਪਰ ਅੰਬ ਕੀ ਕਰੇ ਵਿਚਾਰਾ, ਫੁੱਟ ਗਿਆ। ਹੱਥ 'ਚ ਫੜਿਆ, ਗਰਮੈਸ਼ ਨਾਲ ਉਹਦਾ ਮੂੰਹ ਖੁੱਲ੍ਹ ਗਿਆ, ਨਾਕੂ ਖੁੱਲ੍ਹ ਗਿਆ ਤੇ ਚੌਣ ਲੱਗਿਆ। ਤੇ ਜਦ ਚੌਣ ਲੱਗਿਆ ਵੇਖ ਕੇ ਕਹਿੰਦੇ ਤਾਂ ਇੱਥੇ ਹੀ ਚੌਂ ਜੂਗਾ, ਇਹ ਮਹਾਰਾਜ ਕੋਲੇ ਕਦੋਂ ਪਹੁੰਚਿਆ। ਉੱਥੇ ਬੈਠ ਕੇ, ਹੇ ਗੁਰੂ ਅਮਰਦਾਸ
मैं तुहाडे वास्ते अंब खरीदिया सी, ये तो राह 'च ही फुट गया, इनू मैं खाण लग्या तुसीं परवान करियो। को सतनाम इनू मैं खाण लग्या, जांदे जांदे चौं सारा तुसीं परवान करियो। उत्थे बैठ के अंब छक लिया, गिटक सिट दित्ती ते रामदास पातशाह जी पहुँच के गोविंदवाल साहब, हाँ पुत्रा की बनिया फिर? महाराज तुहाडी जय जयकार हुई, जित हुई तुहाडी, हार गए हो। अच्छा अंब बड़े स्वाद सी वैसे। को सतनाम महाराज जी अंब लिआंदा तो सीगा, मैं वो राह 'च ही फुट गया तो फिर वो मैं उत्थे छक लिया। कहं तू कुछ छकिया? मैं छकिया। बल्लू वो लिया चक के गिटक जी अलमारी 'च रखाई है, तैथों वो गिटक भी दित्ती अलमारी 'चों कढ़ के। देखो कमाल की गल। को सतनाम कहते इधर गुरु अमरदास जी ने अंब चूपिया, उधर रामदास जी ने चूपिया। ये आत्मा का कनैक्ट। को सतनाम आ मोबाइल तो बेचारे कल आए आ, ब्रह्म ज्ञानियों को पहलों तो ही चीज़ां सारियां। कहते कपड़ा भी सोहना सीगा जिहड़ा तू लेना चाहुंदा सी, चोले का। दोने गल्लां दसदियां। खैर बड़ी खुशी हुई संगतां नूं। इस तरह तुहाडे अंदर जे तुसीं इदां सिमरन करो तो वह परोख ज्ञान अखां तो परे जो हो रहा है तुहाडे अंदर हो जाएगा। तानी अभिमान खीन हो जाए, पर एक शर्त है, हौमै दीर्घ रोग है, इस नूं कटिया जाए जे पहला। को सतनाम दारू पी समाहे, कृपा करे जी अपनी ता गुर का शब्द कमाहे। इस करके उस परोख ज्ञान नूं प्राप्त करने वास्ते शरीर का हंकार कटना पवेगा। जब मनना निधि आसन द्वारा होत पयो सखियात द्वारा। और जदों तुसी इस गल नूं 24 घंटे मनन लगे, हुण गल बननी किवें आ? 24 घंटे दिमाग 'च रवे, 24 घंटे सिमरन रवे, हसंदे आ, खिलंदे आ, पहनंदे आ, उठंदे आ, खवंदे आ, हर वेले विचे होवे मुक्त। इस वेले हर वेले जो याद रहेगा तो तुहाडी जिउंदियां दी मुक्ति होगी, मरण की मुक्ति की गल ही छड्डो। जिउंदे ही तुहाडी इन्हां बंधनां चों कट ऑफ हो जाऊगा, मुक्त हो जाओगे। इस करके जदों मनन ते निधि आसन द्वारा, निधि आसन दृढ़ संकल्प, दृढ़ भरोसा जिन्हां दे अंदर ये पैदा हो गया, होत भयो सखियात उदारा। उदारा हुंदा दयालु कृपालू। ओ परमेश्वर दयालु कृपालू तुहाडे अंदरों ही प्रगट हो जाएगा। ब्रह्माकार बिरत दृढ़ भई, मूल अवध्या शह होए गई। तां बिरती दे विच ब्रह्म आकार प्रगट हो जाएगा। अज्ञानता जिहड़ी आ वो छह होना हुंदा, खत्म होना। जिहड़ी मूल साडे अंदर अज्ञानता दी विद्या सी, अविद्या उहनूं कहंदे आ। विद्या तां ज्ञान दी हुंदी आ, पर इत्थे मूहरे आड़ा लाता अविद्या, भाव अज्ञानता जिहड़ी सी वो खत्म हो जानी है ते दिमाग दे विच ब्रह्म ज्ञान प्रगट हो जाना जी। ताना अभिमान कहाँ पुन रहै, अपना स्वरूप यथार्थ लहै। फिर जिहड़ा मैं मेरी है शरीर का हंकार, हुण तां आपां नूं हंकार है ना, मैं फलाना स्यों, मैं फलाना अफसर, मैं आए कर दूँ। ये जिहड़ियां साडीआं ड्यूटियां जां नौकरियां जां पदवियां ये केवल शरीर नाल जुड़ियां होईयां। असीं अपने आप नूं आबादी समझदे हां, मरण तक भी सानूं पता नहीं लगता कि असीं की हाँ। सारी उम्र यही मनते रहंदे हां कि मैं आ हाँ, पर असल विच इहदे विच रहण वाले हाँ, इहदे मालक हाँ। आपां इस रथ दे रथी हाँ, शैर करन आए हाँ, संसार नूं देखण आए हाँ। देखण आए हो जगत तमाशा, पर देखते देखते तमाशे का ही पालट बन गए, विच ही उलझ गए असीं इस दे। इस करके इत्थे किसी सियाणे ने बहुत महामूर्ख कहा बंदे नूं। कहंदे एक बार सेठ दे कोल बड़ी सुंदर खूंडी सी, कितों लैके आया सी, यात्रा ते गया 200-300 दी यात्रा ते जांदा ही रहिंदा सी। ते उहने सोचिया भी मैं खूंडी किहनूं देवां। तो उन्हें सोचा भी जिहड़ा सब तो मूर्ख बंदा होया ना, ये खूंडी मैं उहनूं देवांगा। ते एक बंदे दे कोल गया, ਉਹਦੇ ਨਾਲ ਗੱਲਾਂ ਬਾਤਾਂ ਕੀਤੀਆਂ, ਉਹਨੂੰ ਉਹਦੀਆਂ ਗੱਲਾਂ ਦੇ ਵਿੱਚੋਂ ਮੂਰਖਤਾ ਝਲਕੀ। ਉਹ ਕਹਿਣ ਲੱਗਿਆ ਵੀ ਆਹ ਫੜ ਖੂੰਡੀ ਮੈਂ ਤੈਨੂੰ ਦਿੰਨਾ ਬੜੇ ਪਿਆਰ ਦੇ ਵਿੱਚ, ਤੇ ਮੈਂ ਤੈਨੂੰ ਇੱਕ ਬਚਨ ਕਰਦਾ ਵੀ ਤੂੰ ਇਹ ਖੂੰਡੀ ਉਸ ਬੰਦੇ ਨੂੰ ਦੇਣੀ ਆ ਜਿਹੜਾ ਤੈਥੋਂ ਵੀ ਵੱਧ ਮੂਰਖ ਹੋਵੇ। ਕਹਿਣ ਲੱਗਿਆ ਵੀ ਠੀਕ ਆ। ਮੈਂ ਚੱਲਿਆ ਯਾਤਰਾ ਤੇ। ਕਹਿਣਾ ਉਹ ਯਾਤਰਾ ਜੂਤਰਾ ਕਰਕੇ ਮੁੜੇ ਆਇਆ। ਕਾਫੀ ਸਮਾਂ ਬੀਤ ਗਿਆ, ਇਹ ਬੰਦਾ ਲੱਭਦਾ ਰਿਹਾ ਵੀ ਕੋਈ ਮੂਰਖ ਮੈਥੋਂ ਜ਼ਿਆਦਾ ਮੂਰਖ ਲੱਭੇ ਤਾਂ ਮੈਂ ਉਹਨੂੰ ਇਹ ਖੂੰਡੀ ਦੇਵਾਂ, ਪਰ ਇਹਨੂੰ ਨਾ ਲੱਭਿਆ। ਇੱਕ ਦਿਨ ਉਹੀ ਖੂੰਡੀ ਹੱਥ 'ਚ ਫੜੀ ਤੇ ਇੱਧਰ ਸੇਠ ਜਿਹੜਾ ਹੈ ਬੁੱਢਾ ਹੋ ਗਿਆ, ਬਿਮਾਰ ਹੋ ਗਿਆ, ਮਰਨ ਕਿਨਾਰੇ ਪਹੁੰਚ ਗਿਆ।
ਤੇ ਇਹ ਖੁੰਡੀ ਲੈ ਕੇ ਆ ਗਿਆ। ਉਹਨੇ ਸੋਚਿਆ ਮੂਰਖ ਫੇਰ ਆ ਗਿਆ, ਇਹਨੇ ਮੇਰਾ ਖਹਿੜਾ ਨਹੀਂ ਛੱਡਣਾ, ਇੰਨੀਆਂ ਗੱਲਾਂ ਮਾਰਦਾ, ਕੀ ਕਰਾਂ ਹੁਣ। ਇਹਨੇ ਆ ਕੇ ਨਮਸਕਾਰ ਕੀਤੀ, ਰਾਮ ਰਾਮ ਕੀਤੀ। ਸੇਠ ਕਹਿੰਦਾ ਚੱਲ ਆਹ ਤਾਂ ਗੱਲ ਕੰਮ ਦੀ ਕੀਤੀ। ਇਹਨੇ ਰਾਮ ਰਾਮ ਮਲਾਈ ਆ, ਕਹਿੰਦਾ ਰਾਮ ਰਾਮ। ਹੋਰ ਸੇਠ ਜੀ ਕੀ ਹਾਲ ਹੈ? ਕਹਿੰਦੇ ਹਾਲ ਕਾਹਦਾ? ਬਸ ਚੱਲੇ ਆ ਲੰਬੀ ਯਾਤਰਾ ਤੇ। ਕਹਿੰਦਾ ਕਿੱਡੀ ਕੁ ਲੰਬੀ? ਕਹਿੰਦੇ ਬਸ ਮੁੜ ਕੇ ਉੱਥੇ ਜਾਣਾ ਜਿੱਥੋਂ ਮੁੜ ਕੇ ਆਉਣਾ ਹੀ ਨਹੀਂ। ਕਹਿੰਦੇ ਅੱਛਾ, ਤੇ ਤੁਸੀਂ ਪਹਿਲਾਂ ਵੀ ਕਈ ਵਾਰੀ ਯਾਤਰਾ ਤੇ ਗਏ ਹੋ, ਕਦੇ ਬੰਬੇ, ਕਦੇ ਦਿੱਲੀ, ਕਦੇ ਹਜੂਰ ਸਾਹਿਬ, ਕਦੇ ਇਸ ਪਾਸੇ, ਕਦੇ ਉਸ ਪਾਸੇ। ਕਹਿੰਦੇ ਹਾਂ। ਤੇ ਜਦੋਂ ਤੁਸੀਂ ਜਾਂਦੇ ਸੀ ਉਹ 2-4 ਮਹੀਨੇ ਉੱਥੇ ਰਹਿਣਾ ਹੁੰਦਾ ਸੀਗਾ, ਪਹਿਲਾਂ ਹੀ ਤੁਸੀਂ ਕਮਰਾ ਬੁੱਕ ਕਰਾਉਂਦੇ ਸੀਗੇ, ਫਿਰ ਇੱਥੋਂ ਖਾਣ ਪੀਣ ਦੇ ਬੈਗ ਬੁੱਗ ਭਰ ਲੈਂਦੇ, ਨਾਲ ਬਿਸਤਰਾ ਬੁਸਤਰਾ ਚੱਕ ਲੈਂਦੇ, ਛਤਰੀ ਵੀ ਲੈ ਲੈਂਦੇ ਵੀ ਰਾਹ 'ਚ ਮੀਂਹ ਮੂੰਹ ਨਾ ਆ ਜੇ ਤਾਂ ਵਰਤ ਲਾਂਗੇ, ਪੂਰਾ ਇੰਤਜ਼ਾਮ ਕਰ ਲੈਂਦੇ ਸੀ। ਕਹਿੰਦੇ ਹਾਂ। ਕਹਿੰਦੀ ਉੱਥੇ 2 ਮਹੀਨੇ ਕੱਟ ਕੇ ਮੁੜ ਆਉਣਾ ਹੁੰਦਾ ਸੀਗਾ, ਜਿਹੜੀ ਯਾਤਰਾ ਤੁਸੀਂ ਹੁਣ ਚੱਲੇ ਹੋ ਕਹਿੰਦੇ ਉੱਥੋਂ ਮੁੜਨਾ ਹੀ ਨਹੀਂ। ਕਹਿੰਦੇ ਹਾਂ ਹੁਣ ਉੱਥੋਂ ਨਹੀਂ ਮੁੜਨਾ। ਤੇ ਫਿਰ ਮੈਨੂੰ ਐਂ ਦੱਸੋ ਵੀ ਉੱਥੇ ਜਾਣਾ ਤੁਸੀਂ, ਉੱਥੋਂ ਦਾ ਕਿਹੜਾ ਇੰਤਜ਼ਾਮ ਕੀਤਾ ਹੁਣ? ਕਹੋ ਸਤਨਾਮ। ਕਹਿੰਦੇ ਯਾਰ ਹਾਂ ਤਾਂ ਗੱਲ ਮੈਂ ਕਦੇ ਸੋਚੀ ਨਹੀਂ। ਕਹਿੰਦੀ ਇਹ ਗੱਲ ਕਿਸੇ ਨੇ ਵੀ ਨਹੀਂ ਸੋਚੀ, ਸਾਰੇ ਮੂਰਖਾ। ਕਹੋ ਸਤਨਾਮ। ਕਹਿੰਦੇ ਆਹ ਲਓ ਤੁਹਾਡੀ ਖੁੰਡੀ ਸਾਂਭੋ। ਕਹਿੰਦੇ ਉਹ ਭਲਿਆ, ਜਿੱਥੇ 2 ਮਹੀਨੇ ਕੱਟ ਕੇ ਮੁੜਨਾ ਸੀਗਾ ਉੱਥੋਂ ਦਾ ਤਾਂ ਇੰਤਜ਼ਾਮ ਇੰਨਾ ਕਰ ਲਿਆ। ਕਈ ਵਾਰੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੂੰ ਫੋਨ, ਬਾਬਾ ਜੀ ਮੈਂ ਅੰਮ੍ਰਿਤਸਰ ਜਾਣਾ ਯਾਤਰਾ ਕਰਨ। ਹਾਂ ਠੀਕ ਆ, ਤੁਹਾਡੀ ਚੱਲਦੀ ਆ, ਉੱਥੇ ਸਾਨੂੰ ਕਮਰੇ ਦਾ ਇੰਤਜ਼ਾਮ ਕਰ ਦਿਓ। ਰਹਿਣਾ ਇੱਕ ਰਾਤ ਹੁੰਦਾ ਹੈ, ਪਰਿਕਰਮਾ 'ਚ ਪੈ ਕੇ ਆਨੰਦ ਲੈਣਾ ਚਾਹੀਦਾ, ਉੱਥੇ ਬੈਠ ਕੇ ਸਾਰੀ ਵਾਤਾਵਰਨ ਸੰਗਤ ਕਰਨੀ ਚਾਹੀਦੀ ਆ, ਪਰ ਉੱਥੇ ਜਾ ਕੇ ਕਹਿੰਦਾ ਕਮਰਾ ਚਾਹੀਦਾ ਮੈਨੂੰ ਛੇਤੀ। ਤੇ ਜਿੱਥੇ ਜਾ ਕੇ ਮੁੜ ਕੇ ਨਹੀਂ ਆਉਣਾਗਾ ਉੱਥੋਂ ਦਾ ਇੰਤਜ਼ਾਮ ਕੀਤਾ ਕੋਈ ਨਹੀਂ। ਤੇ ਉਹ ਮੂਰਖ ਕਹਿੰਦਾ ਤੂੰ ਮੈਥੋਂ ਵੱਡਾ ਮੂਰਖ ਹੈ, ਆਪਦੀ ਖੁੰਡੀ ਸਾਂਭ ਲਾ। ਇੰਨਾ ਕਹਿੰਦਾ ਉਹ ਮਰ ਗਿਆ। ਕੋਈ ਸਤਨਾਮ। ਖੈਰ ਮਨੋਬਿਰਤੀਆਂ ਉੱਥੇ ਰੱਖੀਏ, ਜਿੰਨਾ ਚਿਰ ਸਰੀਰ ਦਾ ਹੰਕਾਰ ਨਹੀਂ ਮਰਦਾ ਉਹਨਾਂ ਚਿਰ ਬੰਦਾ ਭਟਕਦਾ ਰਹਿੰਦਾ ਹੈ। ਤਾਵੇ ਉਹ ਮਹਾਨ ਕਹਾਂ ਪੁੰਨ ਰਹਿ, ਜਦੋਂ ਸਾਨੂੰ ਖੁਦ ਦਾ ਗਿਆਨ ਹੋ ਗਿਆ ਮੈਂ ਕੌਣ ਆ, ਕਿੱਥੋਂ ਆਇਆ, ਕੀ ਲੈਣ ਆਇਆ, ਜਿੱਥੋਂ ਮੈਂ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਨਿਕਲਿਆ ਉੱਥੇ ਵਾਪਸ ਕਿਵੇਂ ਜਾਊਂਗਾ। ਜਿੱਦਾਂ ਇਹ ਗਿਆਨ ਹੋ ਗਿਆ, ਆਪਣੇ ਸਰੂਪ ਯਥਾਰਥ ਲਹੈ, ਆਪਣੀ ਅਸਲੀਅਤ ਨੂੰ ਜਾਣ ਲਿਆ ਵੀ ਮੈਂ ਆ ਨਹੀਂ, ਮੈਂ ਕੋਈ ਹੋਰ ਆ। ਜਿਹੜੇ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਨਾ ਗੁਰੂ ਸਾਹਿਬਾਂ ਦੇ ਨਾਲ, ਚਾਹੇ ਉਹ 6ਵੇਂ ਪਾਤਸ਼ਾਹ ਨਾਲ ਸਨ ਜਾਂ 10ਵੇਂ ਪਾਤਸ਼ਾਹ ਨਾਲ, ਉਹਨਾਂ ਨੂੰ ਇਸ ਚੀਜ਼ ਦਾ ਗਿਆਨ ਹੋ ਗਿਆ ਸੀਗਾ ਵੀ ਅਸੀਂ ਸਰੀਰ ਨਹੀਂ ਆ, ਜਦੋਂ ਅਸੀਂ ਸ਼ਹੀਦ ਹੋਵਾਂਗੇ ਸਰੀਰ ਛੱਡ ਕੇ ਅਸੀਂ ਪ੍ਰੀਤਮ ਦੇ ਦੇਸ਼ ਜਾਵਾਂਗੇ। ਕਹੋ ਸਤਨਾਮ। ਇਸੇ ਕਰਕੇ ਉਹਨਾਂ ਨੇ ਹੱਸਦੇ ਹੱਸਦੇ ਸ਼ਹੀਦੀਆਂ ਪਾਈਆਂ। ਭਾਈ ਬਿਧੀ ਚੰਦ ਨੂੰ ਕੁਛ ਵੀ ਨਹੀਂ ਸੀ ਹੋਇਆ। ਤੇ ਇੱਕ ਦਿਨ ਕਹਿਣ ਲੱਗੇ 6ਵੇਂ ਪਾਤਸ਼ਾਹ ਨੂੰ, ਮਹਾਰਾਜ ਲੱਗਦਾ ਸਮਾਂ ਨੇੜੇ ਆ ਗਿਆ ਸਰੀਰ ਤਿਆਗਣ ਦਾ। ਕਹਿੰਦੇ ਫਿਰ ਤੂੰ ਕਹਿੰਦੀ ਉਹ ਫਲਾਣੇ ਸਾਧੂ ਨਾਲ ਸਲਾਹ ਕਰਕੇ ਆਇਆ ਵੀ ਇਕੱਠੇ ਚੱਲਾਂਗੇ। ਹਾਂ ਮਹਾਰਾਜ ਮੈਂ ਗਿਆ ਸੀ ਨਾ, ਉਦੋਂ ਤੁਸੀਂ ਭੇਜਿਆ ਸੀ ਕੰਮ ਮੈਨੂੰ, ਉੱਥੇ ਇੱਕ ਸਾਧੂ ਮਿਲਿਆ ਸੀਗਾ। ਵੈਸੇ ਉਹ ਸਾਧੂ ਆਪਣੇ ਆਪ ਨੂੰ ਵੱਡਾ ਸਾਧੂ ਸਮਝਦਾ ਸੀਗਾ, ਪਰ ਭਾਈ ਬਿਧੀ ਚੰਦ ਨਾਲ ਗੱਲਬਾਤ ਕਰਕੇ ਉਸ ਨੂੰ ਗੁਰੂ ਘਰ ਸਭ ਤੋਂ ਵੱਡਾ ਸਮਝ ਆਇਆ। ਤੇ ਉਹ ਕਹਿਣ ਲੱਗਿਆ ਵੀ ਬਿਧੀ ਚੰਦ ਜੀ ਤੁਹਾਡੇ ਨਾਲ ਮਿਲ ਕੇ ਖੁਸ਼ੀ ਹੋਈ, ਪਰ ਮੈਂ ਚਾਹੁੰਦਾ ਹਾਂ ਕਿ ਮੇਰਾ ਸਮਾਂ ਨੇੜੇ ਆ ਤੇ ਤੁਹਾਡਾ ਸਮਾਂ ਤਾਂ ਪਤਾ ਨਹੀਂ। ਕਹਿੰਦੇ ਵੀ ਆਪਣਾ ਵੀ ਨੇੜੇ ਹੀ ਆ, ਤੇ ਫਿਰ ਆਪਾਂ ਇਕੱਠੇ ਨਾ ਚੱਲੀਏ ਇੱਥੋਂ। ਕੋ ਸਤਨਾਮ। ਬਿਧੀ ਚੰਦ ਕਹਿਣ ਲੱਗਿਆ ਇਕੱਠੇ ਚੱਲ ਬੜਾਂਗੇ। ਮੈਂ ਬਾਪੂ ਨੂੰ ਦੱਸਿਆ ਵਾਂ, ਜਾ ਕੇ ਹਰਗੋਬਿੰਦ ਸਾਹਿਬ ਨੂੰ ਮਿਲਿਆ ਵਾਂ, ਇੱਕ ਵਾਰੀ ਜਾ ਕੇ ਸੁਨੇਹਾ ਦੇ ਆਵਾਂ ਜਿਹੜੇ ਕੰਮ ਭੇਜਿਆ ਸੀਗਾ। ਉੱਥੋਂ ਬਿਧੀ ਚੰਦ ਜੀ ਵਾਪਸ ਆਏ, ਹਰਗੋਬਿੰਦ ਸਾਹਿਬ ਜੀ ਨਾਲ ਵਿਚਾਰਾਂ ਕੀਤੀਆਂ। ਕੁਝ ਦਿਨਾਂ ਦੇ ਬਾਅਦ ਦਾ ਸਮਾਂ ਹੋ ਗਿਆ, ਚੰਗਾ ਭਲਾ ਗਿਆ ਬਿਧੀ ਚੰਦ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲੋਂ ਉਹ ਸਾਧੂ ਕੋਲੇ ਗਿਆ। ਉੱਥੇ ਜਾ ਕੇ ਦੋਨਾਂ ਨੇ ਸਰੀਰ ਤਿਆਗਿਆ ਇਕੱਠਿਆਂ ਨੇ। ਕਹੋ ਸਤਨਾਮ। ਭਾਵ ਜਿਨ੍ਹਾਂ ਨੂੰ ਗਿਆਨ ਹੋ ਗਿਆ ਉਹ ਸਰੀਰਾਂ ਨਾਲ ਨਹੀਂ ਜੁੜਦੇ, ਫਿਰ ਸਰੀਰ ਦਾ ਹੰਕਾਰ ਹੀ ਕਿਹਾ, ਉਹ ਆਪਣੇ ਅਸਲੀ ਸਰੂਪ ਨੂੰ ਜਾਣ ਲੈਂਦੇ ਆ ਕਿ ਮੈਂ ਇਹਦੇ ਵਿੱਚੋਂ ਕੌਣ ਆ, ਕਿਵੇਂ ਨਿਕਲੂੰਗਾ, ਕਿੱਥੇ ਜਾ ਕੇ ਸਮਾਉਣਾ ਹੈ। ਉਹ ਸਿਮਰਨ ਆਤਮ ਵਿਗਿਆਨ, ਗਿਆਨ ਵਿਗਿਆਨ ਪ੍ਰਕਾਸ਼ ਮਹਾਨ। ਤਾਂ ਇਹ ਜਿਹੜਾ ਸਿਮਰਨ ਹੈ ਨਾ, ਇਹ ਆਤਮਾ ਦਾ ਵਿਗਿਆਨ ਹੈ। ਸਾਇੰਸ ਨੂੰ ਤਾਂ ਹੁਣ ਸਮਝ ਆਈ ਆ, ਸਾਇੰਸ ਨੂੰ ਤਾਂ ਹੁਣ ਸਮਝ ਆਈ ਆ ਇਹ ਵਿਗਿਆਨ ਹੈ, ਇਹ ਗਿਆਨ ਦਾ ਪੋਤਰਾ ਹੈ, ਬ੍ਰਹਮ ਗਿਆਨ ਦਾ ਪੋਤਰਾ ਵਿਗਿਆਨ ਹੈ। ਸਾਇੰਸ ਪਿੱਛੇ ਹੈ ਹਜੇ। ਜਿਹੜਾ ਹਿਰਦੇ ਦਾ ਸਿਮਰਨ ਹੈ, ਆਤਮਿਕ ਸਿਮਰਨ ਹੈ, ਇਹ ਜਿਹੜਾ ਗਿਆਨ ਹੈ ਇਹਦੇ ਵਿੱਚੋਂ ਹੀ ਵਿਗਿਆਨ ਨਿਕਲਿਆ ਹੈ। ਪਰਮਾਨ ਚਲੇ ਖਾਟਾ ਪਰਮਾਨ ਕਰ ਲਹਿ ਪ੍ਰਕਾਸ਼, ਤੈਨਾ ਤੇ ਭਈ ਅਵਦਿਆ ਨਾਸ।
ਹੁਣ ਹੋਰ ਥੋੜਾ ਕਲੀਅਰ ਕਰਦੇ ਆ ਭਾਈ ਸਾਹਿਬ ਭਾਈ ਦਇਆ ਸਿੰਘ ਜੀ। ਕਹਿੰਦੇ ਆਓ ਤੁਹਾਨੂੰ 6 ਉਦਾਹਰਨਾਂ 6 ਪ੍ਰਮਾਣ ਹੋਰ ਦਿੰਨੇ ਹਾਂ ਜਿਨ੍ਹਾਂ ਦੇ ਨਾਲ ਤੁਸੀਂ ਆਪਣੀ ਅਵਿਦਿਆ ਦਾ ਭਾਵ ਅਗਿਆਨਤਾ ਦਾ ਨਾਸ਼ ਕਰ ਸਕਦੇ ਹੋ। ਆਪਣਾ ਮੋਹ ਕਾਜ ਕਹੁ ਕਰਬੇ ਨਹੀਂ ਅਵਦਿਆ ਸਮਰੱਥਾ ਧਰਬੇ। ਕਹਿਣ ਲੱਗੇ ਜਿਹੜੇ ਸਮਰੱਥ ਹਨ ਉਹ ਮੋਹ ਦੇ ਵਿੱਚ ਆਪਣੇ ਕਾਰਜ ਨੂੰ ਭੁੱਲਦੇ ਨਹੀਂ। ਅਸੀਂ ਮੋਹ ਦੇ ਵਿੱਚ ਅਸਲੀ ਕਾਰਜ ਨੂੰ ਭੁੱਲੇ ਹੋਏ ਹਾਂ। ਸਾਨੂੰ ਸੰਸਾਰ ਦਾ ਮੋਹ ਵਿਆਪਿਆ ਹੋਇਆ, ਕੋਠੀਆਂ ਦਾ, ਕਾਰਾਂ ਦਾ, ਧੀਆਂ ਪੁੱਤਰਾਂ ਦਾ, ਪਰਿਵਾਰ ਦਾ, ਪਰ ਅਸੀਂ ਉਸ ਕਾਰਜ ਨੂੰ ਭੁੱਲੇ ਹੋਏ ਹਾਂ। ਬਾਕੀ ਸਾਰੇ ਕੰਮ ਕਰਦੇ ਫਿਰਦੇ ਹਾਂ, ਸਭ ਕੁਛ ਹੀ ਆਪਣਾ। ਇੱਕ ਰਾਮ ਪਰਾਇਆ, ਰਾਮ ਤੋਂ ਕੀ ਲੈਣਾ, ਵੇਖਾਂਗੇ ਜਦੋਂ ਬੁੜੇ ਹੋ ਗਏ। ਜੇ ਬੱਚਿਆਂ ਨੂੰ ਕਹੀ ਚੱਲ ਬੱਚਿਆਂ ਨੂੰ ਤਾਂ ਗਿਆਨ ਨਹੀਂ, ਜਵਾਨਾਂ ਨੂੰ ਕਹੀਏ ਵੀ ਗੁਰੂ ਵਾਲੇ ਬਣ ਜਾਓ, ਉਹ ਹਜੇ ਖਾਣ ਪੀਣ ਦਾ ਟਾਈਮ ਹੈ, ਹਜੇ ਕੀ ਲੈਣਾ, ਕਹੋ ਸਤਨਾਮ। ਤੇ ਜੇ ਵੱਡੀ ਉਮਰ ਨੂੰ ਕਹੀਏ ਉਹ ਕਹਿੰਦੇ ਹਜੇ ਜਵਾਕ ਜੂਕ ਸੈੱਟ ਕਰ ਲਈਏ ਫਿਰ ਲੈ ਲਾਂਗੇ, ਐਡੀ ਕਾਹਲੀ ਆ। ਤੇ ਜੇ ਬੁੱਢਿਆਂ ਨੂੰ ਕਹੀਏ ਉਹ ਕਹਿਣਗੇ ਹੁਣ ਗਾਹਾਂ ਹੀ ਲਵਾਂਗੇ ਬਾਪੂ, ਬੇਟਾ ਹੁਣ ਤਾਂ ਸਮਾਂ ਟੱਪ ਗਿਆ, ਕਹੋ ਸਤ। ਤੇ ਗਾਹਾਂ ਫਿਰ ਗੁਰੂ ਪਿਆਰੋ ਸਿਮਰਨ ਕਰਨ ਦੀ ਧਰਤੀ ਨਹੀਂ, ਸਿਮਰਨ ਦੀ ਧਰਤੀ ਇਹੀ ਹੈ, ਧਰਮਸ਼ਾਲਾ ਇਹੋ ਹੀ ਆ। ਇਸੇ ਧਰਤੀ ਤੇ ਗੁਰੂ ਮਿਲੂਗਾ, ਇਸੇ ਧਰਤੀ ਤੇ ਸਿਮਰਨ ਹੋਊਗਾ, ਇਸੇ ਧਰਤੀ ਤੇ ਰਹਿੰਦੇ ਰਹਿੰਦੇ ਅਸੀਂ ਮੁਕਤ ਹੋ ਸਕਦੇ ਹਾਂ। ਵਰਨਾ ਗਾਹਾਂ ਤਾਂ ਧਰਮਰਾਜ ਨੇ ਤੇਲ ਦੇ ਕੜਾਹੇ ਤਪਾ ਕੇ ਰੱਖੇ ਹੋਏ ਆ, ਉਹ ਕੌਡੀ ਰਾਖਸ਼ ਵਾਂਗੂ। ਜਿਵੇਂ ਮਰਦਾਨੇ ਨੂੰ ਸਿੱਟਣ ਲੱਗਿਆ ਸੀਗਾ ਤੇ ਜਦੋਂ ਹੀ ਬਾਬਾ ਨਾਨਕ ਸਾਹਮਣੇ ਆ ਗਿਆ ਮਰਦਾਨਾ ਬਚ ਗਿਆ। ਕਹਿੰਦੇ ਨਾਨਕ ਬਚਾਤਾ, ਨਹੀਂ ਤਾਂ ਅੱਜ ਤਲ ਕੇ ਖਾ ਜਾਣਾ ਸੀ ਇਹਨੇ। ਇਸੇ ਤਰ੍ਹਾਂ ਹੀ ਅਸੀਂ ਗੁਰੂ ਵਾਲੇ ਬਣੀਏ ਤਾਂ ਕਿ ਸਾਨੂੰ ਇਹ ਕੌਡੇ ਰਾਖਸ਼ ਵਰਗੀਆਂ ਜਿਹੜੀਆਂ ਰੂਹਾਂ ਉਹ ਤਲ ਨਾ ਸਕਣ। ਗੁਰੂ ਕਿਰਪਾ ਕਰਨ। ਖੈਰ ਇਹ 6 ਪ੍ਰਮਾਣ। ਇੱਕ ਪਹਿਲਾ ਕਾਰਨ ਹੈ ਮੋਹ। ਮੋਹ ਦੇ ਕਾਰਨ ਬੰਦਾ ਆਪਣੇ ਅਸਲੀ ਕਾਰਜ ਨੂੰ ਭੁੱਲ ਜਾਂਦਾ ਹੈ, ਅਗਿਆਨਤਾ ਵਸ। ਸੋ ਪਰਮਾਨ ਕਟ ਸਮਚਿਤ ਲਾਏ ਜਿਸ ਤੇ ਸੰਸੇ ਸਭ ਬਿਨਸਾਏ। ਤਾਂ ਹੁਣ ਇਹ ਕੀ ਕਰੀਏ ਅਸੀਂ? ਪਹਿਲਾ ਪ੍ਰਮਾਣ ਹੈ ਸ਼ਬਦਾ ਪਰਮਾਨ ਬੇਦਰ ਸਤਿਗੁਰ ਸ਼ਬਦ ਸੋਧ ਸੁਣ ਕਰ ਮਹਾਵਾਕ ਤੇ ਨਿਰਣੈ ਔਰ ਧਾਰਾ। ਵੇਦ ਦਾ ਮਤਲਬ ਹੁੰਦਾ ਗ੍ਰੰਥ, ਤੇ ਉਹ ਕੋਈ ਵੀ ਗ੍ਰੰਥ ਹੈ ਜਿਹਦੇ ਵਿੱਚੋਂ ਤੁਹਾਨੂੰ ਗਿਆਨ ਦੀ ਗੱਲ ਮਿਲਦੀ ਹੈ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ਼੍ਰੋਮਣੀ ਹੈ ਸਭ ਦੇ। ਭਾਈ ਗੁਰਦਾਸ ਜੀ ਦੀਆਂ ਵਾਰਾਂ, ਭਾਈ ਨੰਦ ਲਾਲ ਜੀ ਗੋਇਆ ਦੀਆਂ ਗਜ਼ਲਾਂ, ਇਤਿਹਾਸ ਦੀਆਂ ਇਹ ਸਾਖੀਆਂ, ਪ੍ਰਮਾਣ, ਇਹ ਸਾਰਾ ਕੁਝ ਕਹਿੰਦੇ ਗ੍ਰੰਥਾਂ ਤੇ ਸਤਿਗੁਰ ਦੇ ਸ਼ਬਦ ਸੁਣ ਕਰਕੇ ਮਹਾਵਾਕ ਤੇ ਨਿਰਣੈ ਉਰ ਧਰ ਕੇ ਫਿਰ ਮਹਾਵਾਕ ਦੇ ਰਾਹੀਂ ਉਸ ਦੀ ਤਸੱਲੀ ਕਰਕੇ ਹਿਰਦੇ ਵਿੱਚ ਵਸਾ ਕਰਕੇ। ਸ਼ਬਦਾ ਪਰਮਾਨ ਇਹ ਇੱਕ ਜਾਣ ਬ੍ਰਹਮ ਆਤਮਾ ਨਿਰਣੈ ਠਾਣ। ਔਰ ਸ਼ਬਦ ਦੇ ਪ੍ਰਮਾਣ ਨੂੰ ਲੈ ਕਰਕੇ, ਸ਼ਬਦ ਨੂੰ ਸਮਝ ਕਰਕੇ ਉਸ ਬ੍ਰਹਮ ਨੂੰ ਜਾਣਨਾ, ਆਤਮਾ ਨੂੰ ਨਿਰਣੈ ਕਰਨਾ, ਇਹ ਪਹਿਲਾ ਉਦਾਹਰਨ ਹੈ। ਅਨੁਮਾਨ ਦੂਸਰ ਜੋ ਅਨੁਮਾਨ ਕਹਿਤ ਹੈ ਚਿਨ ਦੇਖ ਕਰ ਵਸਤ ਲਹਿਤ ਹੈ। ਦੂਸਰਾ ਹੈ ਅਨੁਮਾਨ। ਜਿਵੇਂ ਅਸੀਂ ਅਨੁਮਾਨ ਲਾਉਣੇ ਆ, ਕੋਈ ਚੀਜ਼ ਦੂਰ ਪਈ ਹੈ, ਅਸੀਂ ਇੱਥੇ ਬੈਠੇ ਅਨੁਮਾਨ ਲਾਉਣੇ ਆ, ਉਹਦੇ ਚਿੰਨ੍ਹ, ਉਹਦੇ ਲੱਛਣ ਜਾਣ ਕੇ ਵੀ ਉਹ ਕੈਸੀ ਹੋਵੇਗੀ। ਇਸੇ ਤਰ੍ਹਾਂ ਹੀ ਪਰਮੇਸ਼ਰ ਦਾ ਅਨੁਮਾਨ ਲਾਉਣਾ, ਉਹਦੇ ਚਿੰਨ੍ਹਾਂ ਨੂੰ ਜਾਣ ਕੇ। ਮਨ ਚਖਿਆ ਦਾ ਸੁਤੇ ਜੜ ਜੋਏ ਜਿਸ ਤੇ ਗਿਆਨ ਪਾਏ ਸਭ ਕੋਈ। ਇਸ ਤਰ੍ਹਾਂ ਅਨੁਮਾਨ ਦੇ ਨਾਲ ਹੀ ਅਸੀਂ ਮਨ, ਅੱਖਾਂ ਆਦਿ ਜਿਹੜੇ ਜੜ ਹਨ, ਇਹਨਾਂ ਦੇ ਅੰਦਰ ਗਿਆਨ ਜਿਹੜਾ ਹੈ ਉਹਦੇ ਕਰਕੇ ਹੀ ਹੈ। ਇਹ ਅਨੁਮਾਨ ਲਾਓ ਵੀ ਜਿਹੜੀ ਚੇਤਨਾ ਹੈ, ਜੇ ਉਹ ਸਾਡੇ ਅੰਦਰ ਚੱਲ ਰਹੀ ਹੈ ਤਾਂ ਮੈਨੂੰ ਬੋਲਣ ਦੀ ਸ਼ਕਤੀ ਦੇ ਰਹੀ ਹੈ, ਤੁਹਾਨੂੰ ਸੁਣਨ ਦੀ ਸ਼ਕਤੀ ਦੇ ਰਹੀ ਹੈ। ਤੇ ਜਦੋਂ ਉਹ ਨਿਕਲ ਗਈ ਤੇ ਫਿਰ ਇਹ ਮਿੱਟੀ ਬਣ ਜਾਣਾ ਹੈ। ਇਸ ਕਰਕੇ ਇਹ ਅਨੁਮਾਨ ਲਾ ਕੇ ਰੱਖੋ ਕਿ ਮੈਂ ਚੇਤਨਾ ਹਾਂ। ਸੋ ਆਤਮ ਹੈ ਜਨ ਹੋ ਜਾਏ ਸਾਖੀ ਤੀਨ ਅਵਸਥਾ ਗਾਏ। ਉਹ ਆਤਮਾ ਹੈ, ਉਹ ਚੇਤਨਾ ਹੈ। ਨੌਵੇਂ ਪਾਤਸ਼ਾਹ ਕਹਿੰਦੇ ਚੇਤਨਾ ਹੈ ਤੋਂ ਚੇਤ ਲੈ। ਜੇ ਤੇਰੇ 'ਚ ਆਤਮਾ ਹੈਗੀ ਤੇ ਯਾਦ ਕਰ ਲੈ, ਨਿਕਲ ਗਈ ਫੇਰ ਨਹੀਂ ਕੀਤਾ ਜਾਣਾ। ਕਫ ਕੰਠ ਬਰੂਦੋ ਨੈਣੋ ਨੀਲ ਢਰੇ ਤਵਰੇ ਧਰਮ ਕੀ ਆਸ ਕਰੇ, ਫੇਰ ਨਹੀਂ ਗੱਲ ਬਣਨੀ। ਹੁਣੇ ਹੁਣੇ ਜਿੰਨਾ ਚਿਰ ਤੇਰੇ ਅੰਦਰ ਸਵਾਸ ਚੱਲਦੇ ਹਨ, ਪਾਤਸ਼ਾਹ ਜੀ ਕਹਿੰਦੇ ਉਹਨੇ ਚਿਰ ਵਿੱਚ ਜਪ ਲਾ। ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ ਛਿਨ ਛਿਨ ਔਦ ਬਿਹਾਤ ਹੈ ਫੂਟੇ ਘਟ ਜਿਉ ਪਾਣੀ। ਅੱਜ ਉਹ ਕੱਛ ਬਿਗੜਿਓ ਨਹੀਂ, ਕਿੰਨੇ ਚਿਰ ਤੱਕ, ਆਖਰੀ ਸਵਾਸ ਤੱਕ ਵੀ ਸਾਨੂੰ ਸਲਾਹ ਦਿੰਦੇ ਆ ਪਾਤਸ਼ਾਹ। ਕੋ ਸਤਨਾਮ।
10वें प्रीतम का बचन है, एक चीत जिहे एक छिन ध्यायो, काल फास के बीच न आयो। जिन्होंने एक चित होके एक छिन भी मैनू याद कर लिया, मैं उन्होंने भी कढ़ के लै जाऊँगा। जिस तरह गुरु प्यारिओ अंत काल नारायण सिमरे, ऐसी चिंता मह जे मरे, बड़े तलोचन ते नर मुक्ता पीतंबर वाकर दे वसे। इस तरह ही गुरु प्यारिओ जिवें अंत वेले उस राजे ने जो विषय विकारी हो गया सीगा, जीवन बर्बाद कर लिया सीगा, पर अंत वेले परमेश्वर याद आया, चाहे बच्चे नूं आवाज़ मारी नारायण कह के, पर परमेश्वर ने अपने नाम की लाज रख के उसनूं नरकां विच जाण तो बचा लिया। इस तरह ही पातशाह कहंदे उहनूं याद कर लै, अज हो कछ बिगड़िओ नहीं, जो हर गुण गावै। इस करके हजे भी नाम जप ला, जे तू सियाणा है तो जप लै। सो आत्म है जानियो जाए, जिस दे कारण साडा मन, साडियां अखां, साडे कंन, साडे इंद्रे, साडियां नाड़ां, साडा दिल, फेफड़े, तिल्ली, गुरदे आदि काम कर रहे हैं। वो चेतना ये विच वरत रही है। असी वो हाँ, असी वो चेतना हाँ, असी वो चेतना ही विचों निकलदी आ, ते बाकी दा फोकड़ ये जिहड़ा है कपड़ा शरीर रूपी ये इत्थे रह जांदा है। निता सत सता जो परमानंदा, सरवण करयो जो प्रथम बिलंदा। और जो नित है, नित नवा है, शुद्ध है, सच है, परम आनंद है, जिस दी आपां गल कर रहे हाँ, जिसने सब तो पहला वड्डा सुनिया है, उस नूं जानना करो, उहदे नाल जुड़े रहो। 24 घंटे दिन रात इस गल नूं दिमाग विच रखो। जिवें तुसीं ਇੱਥੇ ਮੱਥਾ ਟੇਕਦੇ ਹੋਏ ਮੋਬਾਈਲ ਨੂੰ ਹੱਥ ਪਾ ਲੈਂਦੇ ਹੋ ਸ਼ਹੀਦ ਦੇਣੇ ਕੋਈ ਸਤਨਾਮ, ਕਿਉਂਕਿ ਮੋਬਾਈਲ ਸਾਡੇ ਦਿਮਾਗ ਦਾ ਇੱਕ ਸਰੀਰ ਦਾ ਅੰਗ ਬਣ ਚੁੱਕਿਆ ਹੈ। ਤੁਸੀਂ ਕਿਸੇ ਪਾਸੇ ਵੀ ਜਾਓ, ਬੱਸ 'ਤੇ ਚੜ੍ਹਦੇ ਜ਼ਰੂਰ ਗੀਝੇ 'ਤੇ ਹੱਥ ਵੱਜਦਾ, ਮੋਬਾਈਲ ਤਾਂ ਡਿੱਗ ਪਿਆ, ਉਤਰਦਿਆਂ ਫੇਰ ਵੱਜਦਾ। ਕਹਿੰਦਾ ਤਾਂ ਕੋਈ ਨਹੀਂ ਸਾਨੂੰ ਹੱਥ ਮਾਰ ਲਾ, ਲੇਕਿਨ ਤੁਹਾਡੀ ਚੇਤਨਾ ਦੇ ਵਿੱਚ ਜਿਵੇਂ ਇੰਸਟੂ ਵੈਸ ਵੱਸ ਚੁੱਕਿਆ ਹੈ, ਉਸੇ ਤਰ੍ਹਾਂ ਹੀ ਸਾਡੇ ਦਿਮਾਗ ਦੇ ਵਿੱਚ ਨਾਮ ਵੱਸ ਜੇ ਚੱਲੀ ਜਾਂਦਾ ਹੈ, ਕਿਤੇ ਬੰਦ ਤਾਂ ਨਹੀਂ ਹੋ ਗਿਆ। अगले शब्द के विचार आप कल सरवण करांगे। इत्थे रोकण की आग्या बख्शो। बोलदियां नेकां अखर बाद घाट हो जाते, सिख संगतां ते सतगुरु बख्शण जोग है, बख्श लैना जी। समाप्ति करिए। हे अच्युत हे पार ब्रह्म अविनाशी अगनास, हे पूरन हे सर्व मैं हे संगी हे निरंकार हे निर्गुण हे गोविंद हे गुण निधान सदा भवेक हे अपरंपर हर हरे है पिहोवन हे संत है कै सदा संग आधार हे ठाकुर हूँ दासरो मैं निर्गुण गुण नहीं कोई, नानक दीजै नाम दान आए प्रभु शरणागति कृपा निध दयाल, एक अखर हर मन बसत एक ओंकार सतगुरु सच होए। वाहिगुरु जी की फतेह है, विघ्न विनाशन सोए। वाहिगुरु जी की फतेह है, विघ्न विनाशन सोए। वाहिगुरु जी का खालसा, वाहिगुरु जी की फतेह। बहुत बहुत धन्यवाद सरबत संगतां जिन्हां ने हाजरियां भरियां, गुरु जी सरवण किया, कीर्तन सरवण